ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਗੁਰੂ ਸਵਾਰਿਓ, ਗੁਰੂ ਫਤਿਹ ਦੀ ਸਾਂਝ ਕਰ ਰਿਹਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ SMC ਗੁਰਮਤਿ ਕਲਾਸ USA, ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਦਾ ਸਾਡਾ ਵਿਸ਼ਾ ਇਤਿਹਾਸ ਨਾਲ ਸੰਬੰਧਿਤ ਹੈ। ਸਿੰਘ ਸਭਾ ਲਹਿਰ, ਜਿਸ ਦੀਆਂ ਅਸੀਂ ਕਾਫੀ ਵਿਚਾਰਾਂ ਪਿਛਲੀਆਂ ਹਫ਼ਤਿਆਂ ਵਿੱਚ ਕਰ ਚੁੱਕੇ ਹਾਂ। ਅੱਜ ਉਸ ਦਾ ਆਖਰੀ ਪੜਾਅ ਹੈ। ਪਿਛਲੇ ਹਫ਼ਤੇ ਜੋ ਅਸੀਂ ਵਿਚਾਰ ਕੀਤੀ ਸੀ ਕਿ ਸਿੰਘ ਸਭਾ ਲਹਿਰ ਦੇ ਸਾਹਮਣੇ ਕਿਹੜੇ 5 ਵੱਡੇ ਨੁਕਤੇ ਸਨ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੇ ਧਰਮ ਪ੍ਰਚਾਰ ਦਾ ਬੀੜਾ ਆਪਣੇ ਸਿਰ ਤੇ ਚੁੱਕਿਆ। ਉਹ ਸਨ ਸਿੱਖ ਧਰਮ ਦੀ ਆਜ਼ਾਦ ਹਸਤੀ, ਸੁਤੰਤਰ ਵਜੂਦ ਅਤੇ ਉਸਦੀ ਪਹਿਚਾਣ, ਮੂਲਕ ਸਰੂਪ ਦੀ ਪਹਿਚਾਣ ਜਿਹੜੀ ਹੈ ਉਹ ਸਾਹਮਣੇ ਰੱਖਿਆ। ਸਭ ਤੋਂ ਵੱਡਾ ਸੀ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਸਿੱਖ ਸਾਹਿਤ ਦੀ ਪਰਖ ਕਰਨੀ। ਜਿਹੜੀਆਂ ਮਿਲਾਵਟਾਂ ਇਤਿਹਾਸ ਵਿੱਚ ਸਾਹਿਤ ਵਿੱਚ ਪੈ ਗਈਆਂ ਸਨ, ਉਹਨਾਂ ਨੂੰ ਗੁਰਬਾਣੀ ਦੀ ਕਸਵੱਟੀ ਸਾਹਮਣੇ ਰੱਖ ਕੇ ਪਰਖਣ ਦਾ ਯਤਨ ਕੀਤਾ ਔਰ ਸਾਨੂੰ ਨਰੋਲ ਇਤਿਹਾਸ ਸਿੰਘ ਸਭਾ ਲਹਿਰ ਦੇ ਇਹਨਾਂ ਸੂਰਮਿਆਂ ਨੇ ਕੌਮ ਨੂੰ ਦਿੱਤਾ। ਤੀਜਾ ਸੀ ਚੱਲ ਰਹੀਆਂ ਰਸਮਾਂ ਰਿਵਾਜ ਦੇ ਜਿਹੜੀਆਂ ਮਰਾਦਾਂ ਦੇ ਅਡੰਬਰ ਬਣ ਚੁੱਕੇ ਸਨ। ਅਡੰਬਰੀ ਰੂਪ ਜਿਹੜਾ ਸੀ ਮਰਿਆਦਾਵਾਂ ਦਾ, ਉਹਨਾਂ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ। ਅਗਲਾ ਸੀ ਵਿਦਿਆ ਦੇ ਤਾਕਤ ਦੇ ਨਾਲ, ਵਿਦਿਆ ਤੇ ਗਿਆਨ ਦੇ ਨਾਲ ਜੋ ਪ੍ਰਭਾਵ ਅਨਮਤੀ ਧਰਮਾਂ ਦਾ ਸਿੱਖਾਂ ਉੱਤੇ ਪੈ ਗਿਆ ਹੈ, ਉਹਨਾਂ ਤੋਂ ਛੁਟਕਾਰਾ ਕਿਵੇਂ ਕਰਾਇਆ ਜਾ ਸਕੇ, ਸਿੱਖੀ ਦਾ ਛੁਟਕਾਰਾ ਕਿਵੇਂ ਹੋ ਸਕਦਾ ਹੈ। ਤੇ ਲਾਸਟ ਅਖੀਰ ਤੇ ਅਸੀਂ ਗੱਲ ਕੀਤੀ ਸੀ ਸਿੱਖ ਧਰਮ ਦੇ ਜਿਹੜੇ ਮਨੋਰਥ ਹਨ, ਏਮ ਹਨ, ਆਬਜੈਕਟਸ ਹਨ, ਇਹਨਾਂ ਨੂੰ ਵਿਗਿਆਨਕ ਢੰਗ ਦੇ ਨਾਲ, ਨਵੀਨਤਾ ਢੰਗਾਂ ਦੇ ਨਾਲ ਜਿਹੜੇ ਸਾਧਨ ਨਵੇਂ ਉਸ ਵੇਲੇ ਉਪਲਬਧ ਸਨ, ਉਹਨਾਂ ਸਾਧਨਾਂ ਦੇ ਨਾਲ ਇਹਦਾ ਪ੍ਰਚਾਰ ਕਿਵੇਂ ਕੀਤਾ ਜਾਵੇ, ਕਿਸ ਤਰ੍ਹਾਂ ਹੋ ਸਕਦਾ ਹੈ। ਇਹਨਾਂ ਦੇ ਵਿੱਚ ਉਹਨਾਂ ਨੇ, ਇਹਨਾਂ ਸੂਰਮਿਆਂ ਨੇ ਕਾਫੀ ਜ਼ਿਆਦਾ ਸਫਲਤਾ ਵੀ ਪ੍ਰਾਪਤ ਕੀਤੀ, ਜਿਹਦੀਆਂ ਜ਼ਿਕਰ ਅਸੀਂ ਪਿਛਲੇ ਹਫ਼ਤੇ ਵਿੱਚ ਕਰ ਚੁੱਕੇ ਹਾਂ। ਤੀਜਾ ਜਿਹੜਾ ਮੇਨ ਮੁੱਦਾ ਸੀ, ਉਹਦੇ ਤੇ ਅਸੀਂ ਗੱਲਬਾਤ ਕਰ ਰਹੇ ਸਾਂ। ਰੋਹ ਰੀਤਾਂ ਤੇ ਮਰਿਆਦਾ ਦਾ ਜੋ ਰੂਪ ਅਡੰਬਰ ਲੈ ਚੁੱਕਾ ਸੀ, ਪਖੰਡਵਾਦ ਲੈ ਚੁੱਕਾ ਸੀ, ਧਰਮ ਮਰਿਆਦਾ ਦੇ ਨਾਂ ਦੇ ਉੱਤੇ ਜੋ ਅਡੰਬਰ ਕੀਤੇ ਜਾ ਰਹੇ ਸਨ, ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਸੰਸਕਾਰ ਜਿਹੜੇ ਸਨ, ਉਹਨਾਂ ਦੇ ਵਿੱਚ ਜਿਹੜੀਆਂ ਮਿਲਾਵਟਾਂ ਪੈ ਗਈਆਂ ਸਨ, ਜਾਂ ਦੂਜੇ ਅਨੁਮਤੀਆਂ ਨੂੰ ਦੇਖ ਕੇ ਉਹਨਾਂ ਦੇ ਰਸਮੋ ਰਿਵਾਜ ਜਿਹੜੇ ਘਰ ਕਰ ਚੁੱਕੇ ਸਨ, ਤੇ ਉਹਨਾਂ ਦਾ ਕਿਸ ਤਰ੍ਹਾਂ ਮੁਕਾਬਲਾ ਕੀਤਾ ਜਾਵੇ, ਕੌਮ ਨੂੰ ਉਹਨਾਂ ਦੇ ਵਿੱਚੋਂ ਕਿਵੇਂ ਕੱਢਿਆ ਜਾ ਸਕੇ। ਇਹਦੇ ਵਿੱਚ ਅਸੀਂ ਸਭ ਤੋਂ ਵੱਡੀ ਗੱਲ ਇਸਤਰੀ ਜਾਤੀ ਦੇ ਉੱਤੇ ਸ਼ੁਰੂ ਕੀਤੀ ਸੀ, ਔਰ ਜਿਹੜਾ ਸਤੀ ਦੀ ਪ੍ਰਥਾ ਸੀ, ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਨੇ ਇਹਨੂੰ ਖਤਮ ਵੀ ਕੀਤਾ। ਇਹ ਕਹਿ ਕੇ ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਰਹਿ ਚੋਟ ਮਰਨ। ਪਰ ਆਪਣੇ ਇਤਿਹਾਸ ਵਿੱਚ ਜਦੋਂ ਅਸੀਂ ਖਾਲਸਾ ਦਰਬਾਰ ਦਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਚਲਾਣੇ ਦੀ ਗੱਲ ਤੇ ਉਹਨਾਂ ਦੇ ਸਪੁੱਤਰ ਮਹਾਰਾਜਾ ਖੜਕ ਸਿੰਘ ਦੇ ਚੰਦਨ ਦੀ ਚਿਖਾ ਵਿੱਚ ਸਤੀ ਹੋਣ ਵਾਲੀਆਂ ਮਹਾਰਾਣੀਆਂ ਦੀ ਇੱਕ ਲੰਮੀ ਜਿਹੀ ਲਿਸਟ ਵੇਖਦੇ ਹਾਂ, ਤਾਂ ਸਿਰ ਸਾਡਾ ਵੀ ਸ਼ਰਮ ਨਾਲ ਝੁਕ ਜਾਂਦਾ ਹੈ। ਮ੍ਰਿਤਕ ਰਸਮਾਂ, ਪਿੱਤਰ ਪੂਜਾ, ਪਿੰਡ ਭਰਾਉਣੇ, ਪਹੇਵੇ ਜਗਿਆ ਜਾ ਕੇ ਗੱਦੀ ਕਰਾਉਣੀ,
ਜੇ ਕੋਈ ਮੰਜੇ ਤੇ ਮਰ ਗਿਆ ਉਹਦੇ ਲਈ ਜਾ ਕੇ ਪਿੰਡ ਭਰਾਉਣੇ, ਉਹਦੀਆਂ ਹੱਡੀਆਂ ਚੁੱਕ ਕੇ ਗੰਗਾ 'ਚ ਪਾਉਣੀਆਂ, ਹਰਿਦੁਆਰ ਜਾ ਕੇ ਰੋੜਨੀਆਂ। ਗੱਲ ਵੱਖਰੀ ਹੈ ਕਿ ਅੱਜ ਅਸੀਂ ਆਪਣਾ ਨਵਾਂ ਹਰਿਦੁਆਰ ਕੀਰਤਪੁਰ ਸਾਹਿਬ ਦੇ ਰੂਪ ਵਿੱਚ ਬਣਾ ਲਿਆ। ਇਹ ਅੱਜ ਕਮੀਆਂ ਫਿਰ ਸਾਡੇ 'ਚ ਉਹੀ ਆਉਂਦੀਆਂ ਨੇ, ਕਿਉਂਕਿ ਕੌਮ ਦੇ ਜਿਹੜੇ ਆਗੂ ਹੁੰਦੇ ਨੇ ਆਦਰਸ਼ ਹੁੰਦੇ ਹਨ। ਜਦੋਂ ਕੌਮ ਦੇ ਆਗੂਆਂ ਦੀਆਂ ਹੱਡੀਆਂ ਚੁੱਕ ਕੇ ਉਹਨਾਂ ਨੂੰ ਲਾਲ ਥੈਲੀਆਂ ਵਿੱਚ ਬੰਦ ਕਰਕੇ ਸਪੈਸ਼ਲ ਪਤਾਲਪੁਰੀ ਵਿੱਚ ਲਿਜਾ ਕੇ ਪਾਇਆ ਜਾਏਗਾ ਤਾਂ ਲੋਕੀ ਉਹੀ ਕੰਮ ਕਰਨਗੇ ਜੋ ਕੌਮ ਦੇ ਆਗੂ ਕਰਦੇ ਨੇ। ਪਰ ਇਹ ਸਿੱਖ ਸਭਾ ਦੇ ਆਗੂਆਂ ਨੇ ਇਹ ਕੰਮ ਜੋ ਉਸ ਵੇਲੇ ਚੱਲ ਰਿਹਾ ਸੀ, ਜਾ ਕੇ ਹਰਿਦੁਆਰ ਜਾ ਕੇ ਫੁੱਲ ਪਾ ਕੇ ਆਉਣੇ, ਹੱਡੀਆਂ ਹਰਿਦੁਆਰ ਜਾ ਕੇ ਪਾਉਣੀਆਂ, ਇਹ ਪੂਰੀ ਤਰ੍ਹਾਂ ਸਿੱਖਾਂ ਦੇ ਅੰਦਰ ਘਰ ਕਰ ਚੁੱਕੀਆਂ ਸਨ। ਇਹਨਾਂ ਰੀਤਾਂ ਦੇ ਵਿਰੁੱਧ ਵਿੱਚ ਜਦੋਂ ਬਾਬਾ ਦਿਆਲ ਜੀ ਤੇ ਰੱਤਾ ਜੀ ਨੇ ਰਾਵਲਪਿੰਡੀ ਦੇ ਵਿੱਚ ਇੱਕ ਅੰਦੋਲਨ ਸ਼ੁਰੂ ਕੀਤਾ ਕਿ ਮਰਨ ਤੋਂ ਪਿੱਛੋਂ ਰੋਣਾ ਪਿੱਟਣਾ, ਕਿਰਿਆ ਕਰਮ ਬੰਦ ਕਰਨ ਦੀ ਗੁਰਮਤ ਦੀ ਗੱਲ ਸਮਝਾਈ, ਸਦ ਬਾਣੀ ਦੇ ਆਧਾਰ ਦੇ ਉੱਤੇ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਤਾਂ ਉਹਨਾਂ ਨੂੰ ਭਾਈਚਾਰੇ 'ਚ ਹਿੱਸੇ ਕੀਤਾ। ਕਹਿਣ ਲੱਗੇ ਇਹ ਚੰਗੇ ਭਲੇ ਮਾਨਸ ਨੇ, ਚੰਗੇ ਸਿੱਖ ਹੈ ਜੋ ਮਰਿਆ ਦੇ ਪਿੱਛੋਂ ਵੀ ਕੜਾਈ ਖਾਂਦੇ ਹਨ। ਇਹ ਗੱਲ ਅਸੀਂ ਪਿਛਲੇ ਹਫ਼ਤੇ ਵੀ ਕੀਤੀ ਸੀ। ਤੇ ਕੁੜੀ ਮਾਰਨ ਦਾ ਰਿਵਾਜ ਆਮ ਸੀ, ਜੰਮਦੀਆਂ ਕੁੜੀਆਂ ਨੂੰ ਮਾਰ ਦੇਣਾ, ਇਹ ਆਮ ਰਿਵਾਜ ਉੱਥੇ ਦੇ ਚੱਲਦਾ ਸੀ। ਗੁਰਮਤ ਦਾ ਜਿਹੜਾ ਸਿਧਾਂਤ ਸੀ, ਜਿਹਨੂੰ ਅਸੀਂ ਕਹਿੰਦੇ ਆ ਸੋ ਕਿਉ ਮੰਦਾ ਆਖੀਏ ਜਦ ਜੰਮੈ ਰਾਜਾਨ, ਇਹ ਕੇਵਲ ਕਾਗਜ਼ਾਂ ਵਿੱਚ ਹੀ ਰਹਿ ਗਿਆ ਸੀ। ਸਿੰਘ ਸਭਾ ਲਹਿਰ ਦੇ ਆਗੂਆਂ ਨੇ ਇਹਦੇ ਵਿੱਚ ਬੜਾ ਆਪਣਾ ਬਲ ਪਾਇਆ। ਉਹਨਾਂ ਨੇ ਜਦੋਂ ਬੀਬੀਆਂ ਦੀ ਨਾਲ ਬਰਾਬਰ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ, ਜਦੋਂ ਉਹਨਾਂ ਨੂੰ ਪੰਜਾਂ ਵਿੱਚ ਸ਼ਾਮਲ ਹੋਣ ਦੀ ਗੱਲ ਸਮਝਾਈ, ਤਾਂ ਉਹ ਅੱਜ ਵੀ ਤੁਸੀਂ ਵੇਖੋਗੇ ਕਿ ਸਾਡੇ ਕੁਝ ਐਸੇ ਗੁਰਧਾਮ ਹਨ ਜਿੱਥੇ ਬੀਬੀਆਂ ਨੂੰ ਵੱਖਰਾ ਅੰਮ੍ਰਿਤ ਛਕਾਇਆ ਜਾਂਦਾ। ਸਾਡੇ ਅੱਜ ਵੀ ਕੁਝ ਗੁਰਧਾਮ ਹਨ ਜਿਨ੍ਹਾਂ ਨੂੰ ਅਸੀਂ ਤਖਤ ਵੀ ਕਹਿ ਦਿੰਦੇ ਹਾਂ, ਉੱਥੇ ਇਸਤਰੀ ਨੂੰ ਅੰਮ੍ਰਿਤ ਛਕਣ ਦਾ ਅਧਿਕਾਰੀ ਹੀ ਨਹੀਂ ਮੰਨਿਆ ਜਾਂਦਾ, ਜਾਂ ਉਹਨੂੰ ਕਿਰਪਾਨ ਨਾਲ ਅੰਮ੍ਰਿਤ ਛਕਾਇਆ ਜਾਂਦਾ, ਦੂਜਾ ਖੰਡਾ ਫੇਰ ਕੇ ਨਹੀਂ ਬਣਾਇਆ ਜਾਂਦਾ, ਕਿਉਂਕਿ ਉਹਨੂੰ ਅੰਮ੍ਰਿਤ ਹਲਕਾ, ਉਹਨੂੰ ਸ਼ਾਇਦ ਉਹਨਾਂ ਦਾ ਭੇਖਾ ਵੀ ਉਹਨੂੰ ਅੰਮ੍ਰਿਤ ਹਲਕਾ ਕਰਕੇ ਛਕਾਣਾ। ਇਹ ਰੀਤਾਂ ਚੱਲਦੀਆਂ ਸਨ। ਉਸ ਵੇਲੇ ਦਾ ਇਸਤਰੀ ਜਾਤੀ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਵੀ ਨਹੀਂ ਸੀ ਦਿੱਤਾ ਜਾਂਦਾ, ਜਿਹੜਾ ਇੰਨਾ ਸਾਡੇ ਅੰਦਰ ਗਿਰਾਵਟ ਆ ਚੁੱਕੀ ਸੀ। ਤੋ ਇਹ ਕਈ ਵਾਰੀ ਤਾਂ 5 ਪੌੜੀਆਂ ਪੜ੍ਹ ਕੇ ਹੀ ਜਪਜੀ ਸਾਹਿਬ ਦੀਆਂ ਅੱਖਾਂ 'ਚ ਛੱਟੇ ਮਾਰ ਕੇ ਹੀ ਰਸਮ ਜਿਹੜੀ ਸੀ ਪੂਰੀ ਕਰ ਦਿੱਤੀ ਜਾਂਦੀ ਸੀ। ਅੱਜ ਵੀ ਅਸੀਂ ਦੇਖਦੇ ਹਾਂ ਜਦੋਂ ਘਰ 'ਚ ਬੱਚਾ ਜਨਮ ਲੈਂਦਾ ਤਾਂ ਕਈ ਘਰਾਂ ਦੇ ਵਿੱਚ ਆਪ ਹੀ ਪਤਾਸੇ ਘੋਲ ਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਜਪਜੀ ਸਾਹਿਬ ਦੀਆਂ 5 ਪੌੜੀਆਂ ਦਾ ਪਾਠ ਕਰਕੇ ਤਾਂ ਉਹਨੂੰ ਅੰਮ੍ਰਿਤ ਛਕਾ ਦਿੱਤਾ ਜਾਂਦਾ। ਜਿੱਦਣ ਉਹਨੂੰ ਕਹਿ ਦਿੰਦੇ ਆ ਬੱਚੇ ਦੀ ਮਾਤਾ ਨੂੰ ਚੌਂਕੇ ਚੜਾਉਣ ਦੀ ਗੱਲ ਹੁੰਦੀ ਹੈ ਜਾਂ ਕੋਈ ਇਸ ਤਰ੍ਹਾਂ ਲਫ਼ਜ਼ ਵਰਤੇ ਜਾਂਦੇ ਆ, ਇਹ ਅੱਜ ਵੀ ਕਈ ਰਸਮਾਂ ਅੱਜ ਵੀ ਚੱਲਦੀਆਂ ਨੇ, ਕਈ ਪਰਿਵਾਰਾਂ ਵਿੱਚ ਰਸਮਾਂ ਤੁਰਦੀਆਂ ਨੇ, ਪਰ ਇਹ ਕੋਈ ਮਰਿਆਦਾ ਅੰਮ੍ਰਿਤ ਸੰਚਾਰ ਦੀ ਹੈ ਨਹੀਂ ਸੀ, ਨਾ ਹੀ ਅੰਮ੍ਰਿਤ ਛਕਾਉਣ ਦੀ ਕੋਈ ਮਰਿਆਦਾ ਹੈ। ਜਦੋਂ ਬਾਬਾ ਰਾਮ ਸਿੰਘ ਜੀ ਨੇ ਬੀਬੀਆਂ ਦੇ ਅੰਮ੍ਰਿਤ ਛਕਣ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਦੇ ਖਿਲਾਫ ਇਹ ਗੱਲ ਕੀਤੀ ਗਈ ਵੀ ਇਹ ਚੰਗਾ ਬਾਬਾ ਹੈ ਜਿਹੜਾ ਤੀਵੀਆਂ ਨੂੰ ਕੱਛ ਪਾਉਣ ਲੱਗ ਪਿਆ। ਉਹਨਾਂ ਨੂੰ ਇਹ ਕਹਿ ਕੇ ਜਿਹੜੇ ਅਕਾਲ ਤਖਤ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਸੀ, ਅਕਾਲ ਬੁੰਗੇ ਦੇ ਪੁਜਾਰੀਆਂ ਵੱਲੋਂ ਵੀ ਉਹਨਾਂ ਦੇ ਮਖੌਲ ਲੜਾਏ ਗਏ। ਬੜੀ ਲੰਬੀ ਖੋਜ ਵਿਚਾਰ ਤੋਂ ਤੇ ਬਹਿਸ ਪਿੱਛੋਂ ਸਿੰਘ ਸਭਾ ਦੇ ਉਹਨਾਂ ਮਹਾਨ ਯੋਧਿਆਂ ਨੇ, ਸੇਵਕਾਂ ਨੇ ਇਹ ਭਰਮ ਦਾ ਜਾਲ ਕੱਟਿਆ ਤੇ ਜਾਲ ਕੱਟ ਕੇ ਬੀਬੀਆਂ ਨੂੰ ਅੰਮ੍ਰਿਤ ਛਕਾਉਣ ਦਾ ਰਾਹ ਜਿਹੜਾ ਸੀ ਪੱਧਰਾ ਕੀਤਾ। ਉਸ ਤੋਂ ਪਿੱਛੋਂ ਸੰਤ ਗੁਰਬਖਸ਼ ਸਿੰਘ ਜੀ ਪਟਿਆਲੇ ਵਾਲੇ ਨੇ ਇੱਕ ਹੋਰ ਜੁਗਤੀ ਦੇ ਬਲ ਨੇ ਇਸਤਰੀ ਨੂੰ ਅੰਮ੍ਰਿਤਧਾਰੀ ਹੋਣ ਦੀ ਰੀਤ ਨਿਸ਼ਚੈ ਕਰਾ ਦਿੱਤੀ। ਉਹਨਾਂ ਨੇ ਹੋਰ ਆਪਣਾ ਗਿਆਨ ਦਾ ਵਰਤ ਕੇ ਇਹ ਗੱਲ ਲੋਕਾਂ ਤੱਕ ਲੈ ਕੇ ਗਏ ਤੇ ਉਹਨਾਂ ਨੇ ਵੀ ਇਹ ਰੀਤ ਜਿਹੜੀ ਸੀ ਦ੍ਰਿੜ ਕਰਾ ਦਿੱਤੀ। ਤੇ ਉਹਨਾਂ ਨੇ ਇਹ ਗੱਲ ਕਹੀ ਕਿ ਹਰ ਪ੍ਰਾਣੀ ਦਾ ਆਪੋ ਆਪਣੇ ਕਰਨੀ ਹੈ, ਉਹਦਾ ਨਿਬੇੜਾ ਆਪਣੇ ਕੀਤੇ ਕਰਮਾਂ ਅਨੁਸਾਰ ਹੁੰਦਾ ਹੈ। ਹਰ ਇਹ ਨਹੀਂ ਹੋ ਸਕਦਾ ਕਿ ਕਰਮ ਮਰਦ ਕਰੇ ਤਾਂ ਫਲ ਇਸਤਰੀ ਨੂੰ ਮਿਲ ਜਾਏ,
ਅੱਧਾ ਅੱਧਾ ਕੋਈ ਸਿਸਟਮ ਗੁਰਮਤ ਵਿੱਚ ਨਹੀਂ ਹੈ। ਪਹਿਲਾਂ ਤੇ ਕਹਿੰਦੇ ਸੀ ਕੋਈ ਕਰੇ ਪਤੀ ਪਤਨੀ ਨੂੰ ਅੱਧਾ ਉਹਦਾ ਮਿਲ ਜਾਂਦਾ, ਅੱਧਾ ਉਹਦਾ ਮਿਲ ਜਾਂਦਾ, ਪਰ ਗੁਰਮਤ ਦਾ ਸਿਧਾਂਤ ਵਿਧੀ ਵਿਧਾਨ ਹੈ ਨਹੀਂ। ਨਾ ਹੀ ਗੁਰਮਤ ਨੇ ਇਹੋ ਜਿਹਾ ਕੋਈ ਵਿਧੀ ਵਿਧਾਨ ਜਿਹੜਾ ਸੀ ਉਹ ਰੱਖਿਆ। ਉਹਨਾਂ ਨੇ ਗੱਲ ਸਮਝਾ ਦਿੱਤੀ ਕਿ ਸਿੱਖੀ ਵਿੱਚ ਨਾਮ ਦਾ ਯਾਦ, ਨਾਮ ਦਾ ਗੁਰੂ ਨੂੰ ਚੇਤੇ ਰੱਖਣਾ, ਵਾਹਿਗੁਰੂ ਨੂੰ ਯਾਦ ਰੱਖਣਾ, ਇਹੋ ਇੱਕ ਮੁਕਤੀ ਦਾ ਸਾਧਨ ਹੈ। ਤੇ ਮਤ ਕੋ ਭਰਮ ਭੁਲੇ ਸੰਸਾਰ, ਗੁਰਬਿਨ ਕੋਇ ਨਾ ਉਤਰਸ ਪਾਰ ਦੀ ਗੱਲ ਜਿਹੜੀ ਸਮਝਾ। ਤੇ ਉਹਨਾਂ ਨੇ ਦੱਸਿਆ ਵੀ ਇਹ ਜਿਹੜੀ ਨਾਮ ਦੀ ਪ੍ਰਾਪਤੀ ਹੈ ਇਹ ਪੰਜਾਂ ਪਿਆਰਿਆਂ ਤੋਂ ਹੁੰਦੀ ਹੈ। ਜਦੋਂ ਅੰਮ੍ਰਿਤ ਛਕਣ ਦੀ ਰੀਤੀ, ਅੰਮ੍ਰਿਤ ਛਕਾਇਆ ਜਾਂਦਾ ਹੈ, ਉਦੋਂ ਗੁਰੂ ਵਾਲੇ ਪੰਜ ਪਿਆਰੇ ਗੁਰੂ ਵਿੱਚ ਨਾਮ ਦੀ ਦਾਤ ਦਿੰਦੇ ਹਨ। ਉਹ ਉਹਨਾਂ ਨੂੰ ਗੱਲ ਸਾਰੀ ਸਮਝਾਈ। ਇਸ ਤਰ੍ਹਾਂ ਲਈ ਉਹਨਾਂ ਨੇ ਗੱਲ ਕੀਤੀ ਵੀ ਇੱਕ ਇਸਤਰੀ ਨੂੰ, ਔਰਤ ਨੂੰ ਵੀ ਮਨੁੱਖ ਵਾਂਗ ਅੰਮ੍ਰਿਤ ਛਕ ਕੇ ਨਾਮ ਦੀ ਪ੍ਰਾਪਤੀ ਕਰਨ ਦਾ ਪੂਰਾ ਪੂਰਾ ਅਧਿਕਾਰ ਹੈ। ਉਹਨਾਂ ਨੂੰ ਇਹ ਗੱਲ ਸਮਝਾ ਦਿੱਤੀ। ਜੋ ਇਸਤਰੀ ਅੰਮ੍ਰਿਤ ਪਾਣ ਹੀ ਨਹੀਂ ਕਰਦੀ, ਫਿਰ ਦੱਸੋ ਉਹ ਗੁਰੂ ਵਾਲੀ ਕਿਵੇਂ ਬਣੇਗੀ, ਉਹ ਨਾਮ ਦੀ ਪ੍ਰਾਪਤੀ ਕਿਵੇਂ ਕਰ ਸਕੇਗੀ। ਇਹ ਦਲੀਲਾਂ ਸਨ ਜਿਹੜੀਆਂ ਸਤਿਗੁਰੂ ਬਖਸ਼ ਸਿੰਘ ਜੀ ਨੇ ਉਸ ਦਿੱਤੀਆਂ, ਤੇ ਉਹਨਾਂ ਨੇ ਇਸਤਰੀ ਨੂੰ ਬਰਾਬਰ ਦਾ ਦਰਜਾ ਜਿਹੜਾ ਸੀ ਇਹ ਗੱਲ ਦਵਾਈ। ਜਿਹੜੀ ਸਿੰਘ ਸਭਾ ਦੇ ਸੇਵਕਾਂ ਨੇ ਤਾਂ ਇੱਥੋਂ ਤੱਕ ਵੀ ਪੰਚ ਖਾਲਸਾ ਦੀਵਾਨ ਜਿਹੜੇ ਭਸੌੜ ਦੇ ਸਨ, ਉਹਨਾਂ ਤਾਂ ਬੀਬੀਆਂ ਦੇ ਸਿਰਾਂ ਦੇ ਉੱਤੇ ਦਸਤਾਰ ਸਜਾਉਣੀਆਂ ਵੀ ਜ਼ਰੂਰੀ ਕਰਾਰ ਦੇ ਦਿੱਤੇ। ਜੋ ਸੈਂਟਰਲ ਮਾਝਾ ਦੀਵਾਨ ਜੱਥਾ ਗੁਰਦਾਸਪੁਰ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੱਥੇ ਦੇ ਸਿੰਘ ਹੁਣ ਤੱਕ ਵੀ ਇਹ ਰੀਤ ਜਿਹੜੀ ਹੈ ਇਹ ਨਿਭਾਉਂਦੇ ਆ ਰਹੇ ਹਨ। ਹਾਲਾਂਕਿ ਗੁਰਮਤਿ ਅਨੁਸਾਰ ਜਾਂ ਮਰਿਆਦਾ ਅਨੁਸਾਰ, ਸਿੱਖ ਰਹਿਤ ਮਰਿਆਦਾ ਅਨੁਸਾਰ ਇਹ ਸੰਸਥਾਵਾਂ ਦਸਤਾਰ ਨੂੰ ਕੇਸਕੀ ਕਹਿੰਦੇ ਨੇ, ਕੇਸਕੀ ਨੂੰ ਪੰਜਵਾਂ ਕਕਾਰ ਮੰਨਿਆ ਜਾਂਦਾ ਹੈ। ਲੇਕਿਨ ਗੁਰਮਤਿ ਵਿੱਚ ਪੰਜ ਕਕਾਰਾਂ ਦੀ ਜੋ ਲਿਸਟ ਸਾਡੇ ਸਾਹਮਣੇ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ। ਦਸਤਾਰ ਸਜਾਉਣਾ ਇਸਤਰੀ ਲਈ, ਇਸਤਰੀ ਦਸਤਾਰ ਸਜਾਵੇ ਜਾਂ ਨਾ ਸਜਾਵੇ ਦੋਨੋਂ ਹੀ ਠੀਕ ਹਨ। ਕੇਸਾਂ ਦੇ ਸਤਿਕਾਰ ਲਈ ਸਾਨੂੰ ਕੇਸਾਂ ਨੂੰ ਛੋਟੇ ਕੱਪੜੇ ਨਾਲ, ਛੋਟੀ ਦਸਤਾਰ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਘਰ 'ਚ ਕੰਮਕਾਰ ਕਰਦੇ ਹੋਈਏ। ਇਹ ਕੇਸਾਂ ਦਾ ਸਤਿਕਾਰ ਹੈ। ਪਰ ਇਹ ਵੀ ਅੱਜ ਸਾਡੇ ਅੰਦਰ ਫਿਰ ਕਮਜ਼ੋਰੀ ਆਈ ਹੈ। ਕੀ ਫਰਕ ਪੈਂਦਾ ਜੀ, ਚੁੰਨੀਆਂ ਲਾ ਕੇ ਅਸੀਂ ਰੱਖ ਦਿੰਦੇ ਹਾਂ, ਖਾਸ ਕਰਕੇ ਬੀਬੀਆਂ ਔਰ ਈਵਨ ਮਰਦ ਵੀ। ਤੇ ਮੈਂ ਤਾਂ ਇਸ ਕਲਾਸ ਵਿੱਚ ਵੀ ਵੇਖਦਾ ਹਾਂ ਕਈਆਂ ਦੀ ਵੀਡੀਓ ਆਨ ਹੁੰਦੀ ਹੈ ਔਰ ਉਹਨਾਂ ਦੀ ਦਸਤਾਰ ਬੰਨੀ ਨਹੀਂ ਹੁੰਦੀ। ਕਈ ਵਾਰੀ ਤਾਂ ਇਹੋ ਲੱਗਦਾ ਵੀ ਇਸ ਵੀਡੀਓ ਇਸ ਨੂੰ ਬੰਦ ਹੀ ਕਰ ਦੇਣੀ ਚਾਹੀਦੀ ਹੈ। ਤਾਂ ਮੇਰੀ ਇਹ ਬੇਨਤੀ ਹੈ ਵੀ ਅਸੀਂ ਇਸ ਕਲਾਸ ਵਿੱਚ ਜਦੋਂ ਵੀ ਆਉਂਦੇ ਹਾਂ ਦਸਤਾਰ ਬੰਨ ਕੇ ਸਜਾ ਕੇ ਆਪਣੀ ਤਾਂ ਬੈਠੀਏ। ਕਮ ਸੇ ਕਮ ਸਾਡੇ ਕੇਸ ਨੰਗੇ ਨਹੀਂ ਹੋਣੇ ਚਾਹੀਦੇ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕੇਸਾਂ ਦਾ ਸਤਿਕਾਰ ਕਰਨ ਦੀ ਗੱਲ ਸਮਝਾਈ ਹੈ। ਉਸ ਵੇਲੇ ਭਾਈ ਜਿਹੜਾ ਇਹ ਰਿਵਾਜ ਸੀ ਪੰਚ ਖਾਲਸਾ ਦੀਵਾਨ ਭਸੌੜ ਤੇ ਸੁਤੰਤਰ ਜਥਾ ਗੁਰਦਾਸਪੁਰ ਜਿਹੜਾ, ਤੇ ਉਸ ਤੋਂ ਬਾਅਦ ਅੱਜ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਿਹਨੂੰ ਅਸੀਂ ਅਖੰਡ ਕੀਰਤਨੀ ਜਥਾ ਕਹਿੰਦੇ ਆ, ਉਹ ਅਜੇ ਤੱਕ ਇਹ ਰੀਤੀ ਨੂੰ ਨਿਭਾ ਰਹੇ ਹਨ ਜਿਹੜੀ ਉਸ ਵੇਲੇ ਚਲਾਈ ਗਈ ਸੀ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇ ਜੀਵਨ ਕਾਲ ਨੂੰ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਇੱਕ ਉਹਨਾਂ ਦੀ ਸਾਖੀ ਪੜ੍ਹਦੇ ਹਾਂ ਵੀ 9 ਸਾਲ ਦੀ ਉਮਰ ਵਿੱਚ ਸਤਿਗੁਰੂ ਨੇ ਜਨੇਊ ਦਾ ਕੜਾ ਵਿਰੋਧ ਕੀਤਾ। ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ ਦੀ ਆਮ ਆਸਾ ਕੀ ਵਾਰਿਸ ਹੁੰਦੇ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਬੇਦੀ ਕੁਲ ਦੇ ਜਿਹੜੇ ਰਤਨ ਸੀ, ਜਿਹੜੇ ਬੇਦੀਆਂ ਦੇ ਕੁਲ ਚ ਪੈਦਾ ਹੁੰਦੇ, ਬੇਦੀਆਂ ਦੇ ਘਰਾਂ ਚ ਪੈਦਾ ਹੋਣ ਵਾਲੇ ਬੇਦੀ ਕੁਲ ਜਿਹੜੇ ਰਤਨ ਸੀ, ਪ੍ਰਚਾਰ ਕਰਨ ਵਾਲੇ ਪਹਿਲੀ ਸਿੰਘ ਸਭਾ ਦੇ ਜਿਹੜੇ ਮੁਖੀ ਬਾਬਾ ਖੇਮ ਸਿੰਘ ਜੀ ਜਨੇਊ ਦੇ ਧਾਰਨੀ ਸਨ। ਗੱਲ ਕਰਨਾ ਜਿਸ ਕਾਰਨ ਉਹਨਾਂ ਨੂੰ ਹਿੰਦੂਆਂ ਦੇ ਮੁਖੀ ਸਮਝ ਕੇ ਹਿੰਦੂਆਂ ਦੀਆਂ ਕਾਨਫਰੰਸਾਂ ਦੀ ਪ੍ਰਧਾਨਗੀ ਕਰਨ ਦਾ ਕੰਮ ਵੀ ਪੂਰਾ ਕਰਨਾ ਪੈਂਦਾ ਸੀ। ਤੇ ਉਹਨਾਂ ਨੂੰ ਸਿੱਖਾਂ ਦੇ ਵਿਰੋਧ ਦੀ ਬਿਲਕੁਲ ਪਰਵਾਹ ਨਹੀਂ ਸੀ। ਸਿੱਖਾਂ ਵਿੱਚ ਵਿਅਕਤੀ ਪੂਜਾ, ਸ਼ਖਸੀ ਪੂਜਾ, ਜਾਂ ਇਹ ਕਹਿ ਰਹੀ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਕਿਸੇ ਵਿਅਕਤੀ ਦਾ 11ਵਾਂ ਗੁਰੂ ਕਹਾਉਣਾ, 12ਵਾਂ ਗੁਰੂ ਕਹਾਉਣਾ ਇਹ ਵਿਵਰਜਿਤ ਹੈ, ਮਨਾ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਖੁਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਖਾਲਸਾ ਪੰਥ ਨੂੰ ਸ਼ਬਦ ਗੁਰੂ ਦੀ ਤਾਬਿਆ ਕੀਤਾ ਸੀ। ਪੂਜਾ ਕਾਲ ਕੀ ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਇਹ ਵਿਧਾਨ ਸੀ ਸਿੱਖੀ ਦਾ। ਪਰ ਸਿੰਘ ਸਭਾ ਲਹਿਰ ਦੇ ਹੋਂਦ ਵਿੱਚ ਆਉਣ ਤੱਕ ਕਈ 12ਵੇਂ ਤੇ ਗੁਰੂ ਬਣ ਚੁੱਕੇ ਸਨ, ਬੜੇ ਹੋਏ ਸਨ। ਸੋਢੀ, ਬੇਦੀ, ਇਹ ਤਾਂ ਜੰਮਦੇ ਹੀ ਦੂਜੇ ਲਫ਼ਜ਼ਾਂ ਚ ਕਹਿ ਲਵਾਂ
ਕਿ ਇਹਦਾ ਜੰਮਦੇ ਸਹੀ ਬਾਬੇ ਸਾਹਿਬਜ਼ਾਦੇ ਕਹੇ ਜਾਂਦੇ ਸੀ ਵੀ ਜਿਹੜੇ ਸੋਢੀਆਂ ਦੇ ਪਰਿਵਾਰਾਂ ਨੂੰ ਜੰਮ ਕੇ ਜਾਂ ਬੇਦੀ ਪਰਿਵਾਰਾਂ ਦੇ ਘਰਾਂ ਜਨਮ ਲੈ ਲਿਆ ਉਹਨਾਂ ਨੂੰ ਸਾਹਿਬਜ਼ਾਦੇ ਕਿਹਾ ਜਾਂਦਾ ਸੀ। ਵਿਸ਼ੇਸ਼ ਕਰਕੇ ਜੇ ਜ਼ਿਕਰ ਕਰੀਏ ਤਾਂ ਬਾਬਾ ਸਾਹਿਬ ਸਿੰਘ ਜੀ ਬੇਦੀ, ਬਾਬਾ ਸਾਹਿਬ ਸਿੰਘ ਬੇਦੀ ਨੂੰ ਉਹਨਾਂ ਦੀ ਵੰਸ਼ ਖਾਤ ਤੇ ਉਸ ਤੋਂ ਬਾਅਦ ਬਾਬਾ ਖੇਮ ਸਿੰਘ ਨੂੰ 11ਵਾਂ ਗੁਰੂ ਕਹਿ ਕੇ ਵੀ ਪ੍ਰਚਾਰਿਆ ਜਾਂਦਾ ਸੀ ਤੇ ਆਪ ਵੀ ਅੱਗੋਂ ਗੁਰੂ ਬਣ ਕੇ ਚੌਰ ਜਿਹੜੇ ਚਲਵਾਉਂਦੇ ਸਨ, ਪੂਜਾ ਵੀ ਕਰਾਉਂਦੇ ਸਨ ਤੇ ਖੰਡੇ ਬਾਟੇ ਦਾ ਇੱਕ ਪਹੁਲ ਛਕਾਉਣ ਦੀ ਥਾਂ ਤੇ ਚਰਨ ਪਹੁਲ ਦਿੰਦੇ ਸਨ। ਬਾਬਾ ਰਾਮ ਸਿੰਘ ਜੀ ਉਹ ਸਿੰਘ ਸਭਾ ਲਹਿਰ ਦੇ ਬਣਨ ਸਮੇਂ ਨਜ਼ਰਬੰਦ ਕੀਤੇ ਜਾ ਚੁੱਕੇ ਸਨ, ਉਹਨਾਂ ਨੂੰ ਨਜ਼ਰਬੰਦ ਕੀਤਾ ਜਾ ਚੁੱਕਾ ਸੀ। ਉਹਨਾਂ ਦੇ ਸੇਵਕ ਵੀ ਉਹਨਾਂ ਨੂੰ ਫਿਰ 11ਵਾਂ ਗੁਰੂ ਕਰਕੇ ਅੱਗੇ ਗੁਰਿਆਈ ਦੀ ਰਸਮ ਅੱਗੇ ਨੂੰ ਤੋਰੀ ਜਾ ਰਹੇ। ਅੱਜ ਵੀ ਉਹ ਰਸਮ ਜਿਹੜੀ ਹੈ ਉਹ ਚੱਲ ਰਹੀ ਹੈ, ਜਿਹਨੂੰ ਅਸੀਂ ਨਾਮਧਾਰੀ ਦਰਬਾਰ ਜਾਂ ਕੂਕਾ ਕਹਿ ਕੇ ਵੀ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ। ਤੇ ਉਹ 11ਵੇਂ ਗੁਰੂ ਦੀ ਪ੍ਰਚਾਰ ਕੀਤਾ। ਹਾਲਾਂਕਿ ਬਾਬਾ ਰਾਮ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ ਕਦੇ ਵੀ ਆਪਣੇ ਆਪ ਨੂੰ ਗੁਰੂ ਨਹੀਂ ਕਹਾਇਆ, ਪਰ ਉਹਨਾਂ ਨੂੰ ਗੁਰੂ ਬਣਾ ਕੇ ਪ੍ਰਚਲਿਤ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਜੀ ਨੂੰ ਤੇ ਅਜੀਤ ਵਲੀਏ, ਬਾਬਾ ਅਜੀਤ ਸਿੰਘ ਤੇ ਹਰੀ ਸਿੰਘ ਬੁਰਹਾਨਪੁਰ ਵਾਲਿਆਂ ਨੂੰ ਗੁਰੂ ਕਰਕੇ ਪ੍ਰਚਾਰ ਦੇ ਪੂਜਦੇ ਸਨ, ਜਿਹੜੇ ਉਹਨਾਂ ਦੇ ਸਨ ਉਹਨਾਂ ਨੂੰ ਪੂਜਦੇ ਸਨ। ਸਿੰਘ ਸਭਾ ਲਹਿਰ ਦੇ ਸੇਵਕਾਂ ਨੇ ਇਹ ਕਮਜ਼ੋਰੀ ਨੂੰ ਦੇਖਿਆ, ਸਖਸ਼ੀ ਪੂਜਾ ਨੂੰ ਵੇਖਿਆ। ਉਹਨਾਂ ਨੇ ਗੁਰੂ ਗ੍ਰੰਥ ਪੰਥ ਬਿਨਾ ਬਾਕੀ ਗੁਰੂਆਂ ਨੂੰ ਦੰਭੀ ਪਖੰਡੀ ਗੁਰੂ ਦੇ ਦੱਸਿਆ ਡਰਾਇਆ ਤੇ ਸਿੱਖਾਂ ਨੂੰ ਗੁਰੂ ਸ਼ਬਦ ਨਾਲ ਜੋੜ ਕੇ ਸਿੱਖੀ ਨਾਲ ਸਿੱਧਾ ਰਿਸ਼ਤਾ ਜੋੜ ਦਿੱਤਾ। ਉਹਨਾਂ ਨੇ ਇੰਨਾ ਪ੍ਰਚਾਰ ਕੀਤਾ ਕਿ ਸਿੱਖਾਂ ਦੇ ਵਿੱਚੋਂ ਦੇਹਧਾਰੀ ਦੀ ਪੂਜਾ ਜਿਹੜੀ ਸੀ ਲਗਭਗ ਉਹਨਾਂ ਨੇ ਖਤਮ ਕਰ ਦਿੱਤੀ। ਭਾਵੇਂ ਇਸੇ ਲਹਿਰ ਦੇ ਵਿੱਚ ਬਾਬਾ ਖੇਮ ਸਿੰਘ ਜੀ ਬੇਦੀ ਜੇ ਪ੍ਰਭਾਵਸ਼ਾਲੀ ਵਿਅਕਤੀ ਜਿਹੜੇ ਸਨ, ਉਹਨਾਂ ਦਾ ਕਾਰਨ ਸਰਕਾਰ ਦਾ ਗੁੱਸਾ ਵੀ ਇਹਨਾਂ ਨੂੰ ਝੱਲਣਾ ਪਿਆ। ਬਾਬਾ ਖੇਮ ਸਿੰਘ ਜੀ ਦੀ ਗੱਦੀ ਦਾ ਗਧੇਲਾ ਸਿੱਖਾਂ ਨੇ ਅਕਾਲ ਤਖਤ ਤੋਂ ਸਰੋਵਰ ਚ ਕਿਵੇਂ ਸੁੱਟਿਆ, ਮੁਕੱਦਮੇ ਚੱਲੇ, ਕੇਸ ਚੱਲੇ। ਇੱਕ ਲੰਬੀ ਵਾਰਤਾ ਹੈ ਦੀ, ਇੱਕ ਲੰਬੀ ਕਹਾਣੀ ਹੈ। ਇਹਨਾਂ ਕੇਸ ਚੱਲੇ। ਸਿੱਟੇ ਦੇ ਵਜੋਂ ਇਹ ਕਹਿ ਸਕਦੇ ਹਾਂ ਅਸੀਂ ਰਿਜ਼ਲਟ ਦੀ ਗੱਲ ਕਰੀਏ ਕਿ ਸਿੰਘ ਸਭਾ ਨੇ ਦੰਭੀ ਤੇ ਦੇਹਧਾਰੀ ਪਖੰਡੀ ਗੁਰੂਆਂ ਦਾ ਤਗੜਾ ਵਿਰੋਧ ਕੀਤਾ ਤੇ ਸਿੱਖਾਂ ਨੂੰ ਅੱਗੋਂ ਦੇਹਧਾਰੀ ਗੁਰੂਆਂ ਨੂੰ ਨਾ ਮੰਨਣ ਦੀ ਇੱਕ ਨਵੀਂ ਜਿਹੜੀ ਨਰੋਈ ਅਗਵਾਈ ਜਿਹੜੀ ਸੀ ਉਹ ਬਖਸ਼ਿਸ਼ ਕੀਤੀ। ਭਾਵ ਸਿੱਖਾਂ ਨੂੰ ਦੇਹਧਾਰੀ ਗੁਰੂਆਂ ਦੇ ਚੁੰਗਲ ਵਿੱਚੋਂ ਕੱਢ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸਰਦਾਰੀ ਕਬੂਲਣ ਲਈ ਸਿੰਘ ਸਭਾ ਲਹਿਰ ਦੇ ਆਗੂਆਂ ਨੇ ਆਪਣਾ ਜੀਵਨ ਜਿਹੜਾ ਸੀ ਉਹ ਲਾ ਦਿੱਤਾ। ਇਸ ਤੋਂ ਅੱਗੇ ਚੱਲਦੇ ਹਾਂ, ਸਿੱਖੀ ਦੇ ਵਿੱਚ ਜਿਹੜੀ ਹੋਰ ਅਡੰਬਰ ਸੀ ਉਹ ਸੀ ਸਰਾਧਾਂ ਦਾ। ਸਰਾਧ ਸਿੱਖਾਂ ਦੇ ਵਿੱਚ ਬਣਾਈ ਹੈ। ਅਸੀਂ ਸ਼ਬਦ ਪੜ੍ਹਦੇ ਹਾਂ, ਜੀਵਤ ਪਿੱਤਰ ਨਾ ਮਾਨੇ ਕਉ ਮੂਹੇ ਸਰਾਧ ਕਰਾਈ। ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਦੇ ਹਾਂ, ਉੱਥੇ ਵੀ ਦੁਨੀ ਚੰਦ ਦੀ ਸਾਖੀ ਅਸੀਂ ਪੜ੍ਹਦੇ ਹਾਂ, ਜੋ ਸਤਿਗੁਰੂ ਲਾਹੌਰ ਗਏ ਤੇ ਦੁਨੀ ਚੰਦ ਆਪਣੇ ਬਾਪ ਦਾ ਸਰਾਧ ਮਨਾ ਰਿਹਾ ਸੀ। ਮਹਾਰਾਜ ਨੇ ਉੱਥੇ ਵੀ ਜੇ ਮੁਹਾਕਾ ਘਰ ਹੋਏ ਪਿਤਰੀ ਦੇ ਅੱਗੇ ਵਸਤ ਸਿਆਣੀਏ, ਪਿਤਰੀ ਚੋਰ ਕਰੇ ਵੱਢੀਏ ਹੱਥ ਦਲਾਲ ਕੇ ਮੁਸਵੀ ਇਹ ਕਰੇ ਨਾਨਕ ਅੱਗੇ ਸਵੈ ਮਿਲੇ ਜੇ ਖੱਟੇ ਘਾ ਲੈਂਦੇ ਦੀ ਗੱਲ ਕੀਤੀ। ਉਹ ਭਲਿਓ ਏਦਾਂ ਥੋੜੀ ਕੋਈ ਗੱਲ ਬਣਦੀ ਹੈ। ਪਰਮਾਤਮਾ ਦੇ ਘਰ ਦੀ ਵਿੱਚ ਜੋ ਤੂੰ ਇੱਥੇ ਕਮਾਏਗਾ ਉਹਦਾ ਹੀ ਰਿਜ਼ਲਟ ਹੈ। ਕਿਸੇ ਦਾ ਸਰਾਧ ਕਰਕੇ ਗਤੀ ਨਹੀਂ ਹੁੰਦੀ, ਨਾ ਹੀ ਸਰਾਧ ਕਿਸੇ ਨੂੰ ਪਹੁੰਚਦਾ ਹੈ। ਸਰਾਧ ਤਾਂ ਤੁਹਾਡੇ ਸਾਹਮਣੇ ਜੋ ਤੁਸੀਂ ਪੈਂਦੇ ਹੋ, ਜਾਂ ਪੰਡਿਤ ਲੈ ਗਿਆ ਜਾਂ ਪੰਡਿਤ ਦੇ ਰੂਪ ਵਿੱਚ ਭਾਈ ਸਾਹਿਬ ਲੈ ਗਏ ਤੇ ਜਾਂ ਖਾ ਗਏ ਪੰਛੀ ਤੇ ਜਾਂ ਖਾ ਗਏ ਜਾਨਵਰ, ਤੁਹਾਡੇ ਵਡੇਰਿਆਂ ਨੂੰ ਕੀ ਮਿਲਣਾ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਗੁਰਬਾਣੀ ਦੀ ਗੱਲ ਸੀ, ਸਿੰਘ ਸਭਾ ਲਹਿਰ ਤੇ ਤੋਂ ਪਹਿਲਾਂ ਹੋਰਨਾਂ ਦੀ ਗੱਲ ਤਾਂ ਛੱਡੀਏ, ਗੁਰੂ ਸਾਹਿਬਾਨ ਖਾਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਸਰਾਧ ਕਰਨ ਦੀ ਰਸਮ ਦਿਹਾੜਾ ਪ੍ਰਚਲਿਤ ਕਰ ਦਿੱਤਾ ਗਿਆ। ਅੱਜ ਵੀ ਮੈਂ ਬੜੇ ਆਪਣੇ ਦੁੱਖ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ ਸਿੱਖੀ ਸਿਧਾਂਤਾਂ ਨੂੰ ਛਿੱਕੇ ਤੇ ਟੰਗ ਕੇ ਗੁਰੂ ਨਾਨਕ ਦੇਵ ਮਹਾਰਾਜ ਦਾ 10ਵੀਂ ਦਾ ਸਰਾਧ ਅੱਜ ਵੀ ਪ੍ਰਚਲਿਤ ਹੈ ਔਰ ਮਨਾਇਆ ਜਾਂਦਾ ਹੈ। ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਇਹ ਸਰਾਧ ਜਿਹੜਾ ਮਨਾਇਆ ਜਾਂਦਾ ਹੈ, ਜਦ 10ਵੀਂ ਦਾ ਸਰਾਧ ਕਹਿੰਦੇ ਆ। ਬਹੁਤ ਇਹਨਾਂ ਨੂੰ ਭੁਲੇਖਾ ਹੈ ਕਿ ਗੁਰੂ ਜੋਤ ਤਾਂ ਗੁਰੂ ਅੰਗਦ ਦੇਵ ਵਿੱਚ ਚਲੀ ਗਈ, ਸਰੀਰ ਜਿਹੜਾ ਸੀ ਉਹ ਜਿਹੜਾ ਸੀ ਸਾੜ ਦਿੱਤਾ ਗਿਆ।
ਤੇ ਗੁਰੂ ਨਾਨਕ ਦੇਵ ਮਹਾਰਾਜ ਅੱਜ ਕਿੱਥੇ ਅੱਜ ਇਹਨਾਂ ਨੂੰ ਅਸੀਂ ਸਰਾਧ ਰਾਹੀਂ ਸਮਾਨ ਪਹੁੰਚਾਉਣਾ ਚਾਹੁੰਦੇ ਹਾਂ। ਇਹ ਗੱਲ ਬੜੀ ਸਾਨੂੰ ਸ਼ਰਮ ਦੀ ਗੱਲ ਹੈ ਕਿ ਸਾਨੂੰ ਬਿਲਕੁਲ ਸਿੱਖੀ ਸਿਧਾਂਤਾਂ ਦੀ ਵੀ ਜਾਣਕਾਰੀ ਨਹੀਂ ਹੈ। ਜਿਹੜਾ ਸਿੰਘ ਸਭਾ ਲਹਿਰ ਨੇ ਇੰਨਾ ਜ਼ੋਰ ਲਾ ਕੇ ਉਹਨਾਂ ਸਿੰਘ ਸਭਾ ਲਹਿਰ ਦੇ ਨਾ ਆਗੂਆਂ ਨੇ ਨਾ ਸੇਵਕਾਂ ਨੇ ਸਰਾਧਾਂ ਦੀ ਬਿਮਾਰੀ ਨੂੰ ਸਿੱਖਾਂ ਦੇ ਵਿੱਚੋਂ ਦੂਰ ਕਰਨ ਦਾ ਭਰਵਾਂ ਯਤਨ ਕੀਤਾ। ਤੇ ਹੁਣ ਫਿਰ ਮੈਂ ਜਿਹੜਾ ਜ਼ਿਕਰ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ ਦਾ ਡੇਰਾ ਬਾਬਾ ਨਾਨਕ ਦੇ ਉੱਤੇ ਅੱਜ ਵੀ ਸਰਾਧ ਦੀ ਰੀਤ ਜਿਹੜੀ ਹੈ ਮੁੜ ਚੱਲ ਪਈ ਹੈ। ਸਾਨੂੰ ਇਹਦੇ ਵੱਲ ਖਿਆਲ ਕਰਨ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਜਗਨਨਾਥਪੁਰੀ ਗਏ ਤਾਂ ਉੱਥੇ ਆਰਤੀ ਦਾ ਸ਼ਬਦ ਉਚਾਰ ਕੇ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂੰ ਮਲਿਆਨ ਲੋ ਪਵਨ ਚਵਰੂ ਕਰੇ ਸਗਲ ਬਨਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਇਹ ਸ਼ਬਦ ਉਚਾਰਨ ਕੀਤਾ। ਪਰ ਸਿੱਖ ਧਰਮ ਸਥਾਨਾਂ ਦੇ ਉੱਤੇ ਬਿਲਕੁਲ ਇਸ ਦੇ ਉਲਟ, ਇਸ ਗੱਲ ਦੇ ਬਿਲਕੁਲ ਵਿਰੁੱਧ ਜਾ ਕੇ ਆਰਤੀ ਕਰਨ ਦਾ ਪ੍ਰਮਾਣ ਮੰਨ ਕੇ ਅਨੁਮਤੀਆਂ ਦੇ ਮੰਦਰਾਂ ਵਾਂਗ ਮੂਰਤੀਆਂ ਰੱਖ ਕੇ ਆਰਤੀਆਂ ਕਰਨ ਦੀ ਰਿਵਾਜ ਪ੍ਰਚਲਿਤ ਹੋ ਗਈ ਸੀ। ਭਾਈ ਦਿੱਤ ਸਿੰਘ ਜੀ ਨੇ ਆਰਤੀ ਪ੍ਰਬੋਧ ਲਿਖ ਕੇ ਇਸ ਗੱਲ ਦੀ ਅਸਲੀਅਤ ਪ੍ਰਗਟਾਈ, ਲੋਕਾਂ ਦੇ ਸਾਹਮਣੇ ਲਿਆਂਦੀ ਵੀ ਆਰਤੀ ਹੈ ਕੀ ਚੀਜ਼। ਉਹਨਾਂ ਨੂੰ ਪੁਜਾਰੀਆਂ ਵੱਲੋਂ ਰਵਿਦਾਸੀਏ ਦਿੱਤ ਸਿੰਘ ਦੀ ਨਵੀਂ ਕਾਢ ਕਹਿ ਕੇ ਭੰਡਿਆ ਗਿਆ ਸੀ, ਕਿਉਂਕਿ ਉਹ ਸ਼੍ਰੇਣੀ ਦੇ ਨਾਲ ਸਨ ਜਿਹਨੂੰ ਰਵਿਦਾਸੀ ਕਿਹਾ ਜਾਂਦਾ ਸੀ। ਤੇ ਜਿਹੜੇ ਪੁਜਾਰੀ ਸੀ ਉਸ ਵੇਲੇ, ਬੇਨਤੀ ਕਰਾਂ, ਪੁਜਾਰੀਆਂ ਦਾ ਰਵੱਈਆ ਜਿਹੜਾ ਹੈ ਇਹ ਹਮੇਸ਼ਾ ਹੀ ਇੱਕ ਪਾਸੜ ਜਿਹਾ ਰਿਹਾ ਹੈ। ਪਰ ਪੁਜਾਰੀ ਸ਼੍ਰੇਣੀ ਅਸਲ 'ਚ ਗੁਰਮਤ 'ਚ ਹੈ ਨਹੀਂ ਸੀ। ਇਹ ਪਿਆਰੀ ਸ਼੍ਰੇਣੀ ਅਸੀਂ ਲਿਆ ਕੇ ਵਾੜ ਦਿੱਤੀ ਹੈ, ਜਿਹੜੀ ਧੱਕੇ ਨਾਲ ਸਾਡੇ ਨਾਲ ਅਸੀਂ ਪੁਜਾਰੀ ਸ਼੍ਰੇਣੀ ਨੂੰ ਲਿਆ ਕੇ ਵਾੜ ਦਿੱਤਾ। ਤੇ ਪੁਜਾਰੀਆਂ ਦੇ ਜਿਹੜਾ ਸੀ ਉਹਨਾਂ ਨੇ ਗਿਆਨੀ ਦਿੱਤ ਸਿੰਘ ਜੀ ਨੂੰ, ਭਾਈ ਦਿੱਤ ਸਿੰਘ ਜੀ ਨੂੰ ਜਿਹੜੀ ਉਹਨਾਂ ਦੇ ਆਰਤੀ ਪ੍ਰਬੋਧ ਲਿਖੀ ਕਿਤਾਬ ਅਸਲੀਅਤ ਦੱਸੀ, ਤਾਂ ਉਹਨਾਂ ਨੂੰ ਰਵਿਦਾਸੀਏ ਦਿੱਤ ਸਿੰਘ ਦਾ ਖਿਤਾਬ ਜਿਹੜਾ ਸੀ, ਜਾਏ ਕਹਿ ਲਓ ਰਵਿਦਾਸੀਏ ਦਿੱਤ ਸਿੰਘ ਦੀ ਨਵੀਂ ਕਾਢ, ਇਹ ਕਹਿ ਕੇ ਉਹਨਾਂ ਨੂੰ ਜਿਹੜਾ ਸੀ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਬੜੀ ਸਵਾਦੀ ਜੀ ਗੱਲ ਪੁਜਾਰੀਆਂ ਦੇ ਦ੍ਰਿਸ਼ਟੀਕੋਣ ਤੋਂ ਜਿਹੜੀ ਵਾਚਨਯੋਗ ਹੈ ਉਹ ਹੈ ਵੀ ਆਨੰਦ ਮੈਰਿਜ ਐਕਟ ਦੀ ਜਦੋਜਹਿਦ ਸਮੇਂ ਜਦੋਂ ਟਿੱਕਾ ਰੂਪਦਮਨ ਸਿੰਘ ਨਾਭਾ ਨੇ ਤਖਤਾਂ ਤੋਂ ਰਾਵਾਂ ਪ੍ਰਾਪਤ ਕਰਨ ਲਈ ਆਪਣੇ ਅਹਿਲਕਾਰ ਭੇਜੇ, ਸਰਦਾਰ ਗੁਰਦਿਆਲ ਸਿੰਘ ਜੀ ਨਾਭਾ ਪਟਨਾ ਸਾਹਿਬ ਗਏ ਤੇ ਕੜਾਹ ਪ੍ਰਸ਼ਾਦ ਲੈ ਕੇ ਅਰਦਾਸ ਲਈ ਹਾਜ਼ਰ ਹੋਏ। ਪੁਜਾਰੀ ਨੇ ਪੁੱਛਿਆ, ਸਰਦਾਰ ਸਾਹਿਬ ਤੁਸੀਂ ਦੱਸੋ ਰਹਿਰਾਸ ਕਿਹੜੀ ਕਰਦੇ ਹੋ, ਰਹਿਰਾਸ ਕਿਹੜੀ ਕਰਦੇ ਹੋ, ਕਿਹੜੀ ਪੜ੍ਹਦੇ ਹੋ, ਸਿੰਘ ਸਮੀਆਂ ਵਾਲੀ ਕਿ ਸਨਾਤਨੀ ਸਿੱਖਾਂ ਵਾਲੀ? ਦੇਖੋ ਹਾਲਤ ਜਿਹੜੀ ਸਿੱਖੀ ਦੀ ਹਾਲਤ ਕੀ ਹੈ। ਸਰਦਾਰ ਜੀ ਨੇ ਕਿਹਾ ਕੋਈ ਵੀ ਨਹੀਂ, ਉਹਨਾਂ ਤਾਂ ਆਪਣੇ ਵੱਲੋਂ ਸੱਚ ਹੀ ਕਿਹਾ ਸੀ ਵੀ ਜੇ ਪੁਜਾਰੀ ਠੀਕ ਗੱਲ ਕਰਦਾ ਤਾਂ ਗੁਰਦਿਆਲ ਸਿੰਘ ਨੂੰ ਆਖ ਸਕਦਾ ਸੀ ਕਿ ਤੇਰੀ ਅਰਦਾਸ ਬਿਲਕੁਲ ਨਹੀਂ ਹੋ ਸਕਦੀ। ਪਰ ਅੱਗੋਂ ਪੁਜਾਰੀ ਸਾਹਿਬ ਨੇ ਬੜੇ ਖੁਸ਼ ਹੋ ਕੇ ਕਿਹਾ ਤਦ ਤੁਹਾਡੀ ਅਰਦਾਸ ਇੱਥੇ ਹੋ ਸਕਦੀ ਹੈ। ਮਤਲਬ ਕਿ ਸਿੰਘ ਸਭੀ ਦੀ ਅਰਦਾਸ ਇੱਥੇ ਨਹੀਂ ਹੋ ਸਕਦੀ। ਜੇ ਤੂੰ ਸਿੰਘ ਸਭੀਆਂ ਵਾਲੀ ਕਿਤੇ ਰਹਿ ਪੜਦਾ ਤੂੰ ਫਿਰ ਤੇਰੀ ਅਰਦਾਸ ਨਹੀਂ ਹੋਣੀ। ਤੇ ਜੋ ਵਿਅਕਤੀ ਕੁਝ ਵੀ ਨਾ ਪੜੇ ਉਹ ਸਿੰਘ ਸਭੀਆਂ ਨਾਲੋਂ ਚੰਗਾ ਸੀ। ਇੰਨਾ ਹਾਲਾਤ ਖਰਾਬ ਹੋ ਚੁੱਕੇ ਸਨ। ਮੈਂ ਤਾਂ ਬੇਨਤੀ ਕਰਾਂ ਉਦੋਂ ਤਾਂ ਸ਼ਾਇਦ ਦੋ ਰਹਿਰਾਸ ਸਾਹਿਬ ਹੋਣਗੇ, ਰਹਿਰਾਸ ਹੋਣਗੀਆਂ, ਇੱਕ ਸਿੰਘ ਸਭਾ ਦੀ ਹੋਏਗੀ ਤੇ ਇੱਕ ਪੁਜਾਰੀਆਂ ਦੀ ਹੋਏਗੀ। ਪਰ ਅੱਜ ਤਾਂ ਰਹਿਰਸ ਦੀ ਗਿਣਤੀ ਕੋਈ ਨਹੀਂ। ਅੱਜ ਹਰ ਜਥੇਬੰਦੀ ਨੇ ਆਪੋ ਆਪਣੀ ਵੱਖਰੀ ਵੱਖਰੀ ਰਹਿਰਸ ਬਣਾਈ ਹੋਈ ਹੈ, ਜਦਕਿ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵਿੱਚ ਰਹਿਰਾਸ ਦਾ ਬੜਾ ਸਰਲ ਸਰੂਪ ਬਿਆਨ ਕੀਤਾ ਗਿਆ ਹੈ। ਫਿਰ ਵੀ ਜਥੇਬੰਦੀਆਂ ਹਕਮਤ ਹੁਕਮ ਚੁਕਾਈਏ ਤੋਂ ਉੱਤੇ ਉੱਠ ਹੀ ਨਹੀਂ ਸਕਦੀਆਂ। ਆਪਣੀ ਹਉਮੈ ਵਿੱਚ, ਆਪਣੇ ਹੰਕਾਰ ਵਿੱਚ, ਆਪਣੀ ਆਪ ਨੂੰ ਵੱਖਰਾ ਪ੍ਰਗਟਾਉਣ ਦੇ ਵਿੱਚ, ਆਪਣੇ ਨੂੰ ਵੱਡਾ ਕਹਿੰਦੇ ਸਾਡੀ ਰਹਿਰਸ ਵੱਡੀ ਹੈ, ਤੁਹਾਡੀ ਛੋਟੀ ਹੈ, ਛੋਟੀ ਪੜ੍ਹਦੇ ਹੋ, ਵੱਡੀ ਪੜ੍ਹਦੇ ਹੋ, ਦੋਹਰੇ ਪੜ੍ਹਦੇ ਹੋ, ਢਿੱਲ ਪੜ੍ਹਦੇ ਹੋ ਕਿ ਨਹੀਂ ਪੜ੍ਹਦੇ। ਇਹ ਕੁਝ ਐਸੇ ਸਵਾਲ ਅੱਜ ਕੀਤੇ ਜਾ ਰਹੇ ਹਨ, ਜਦਕਿ ਗੁਰੂ ਪੰਥ ਨੂੰ ਜਿਹਨੂੰ ਅਧਿਕਾਰ ਸੀ ਉਹਨੇ ਜੋ ਰਹਿਤ ਮਰਿਆਦਾ ਜਦੋਂ ਬਣਾਈ ਉਹਦੇ ਵਿੱਚ ਸਿੱਧਾ ਲਿਖਿਆ ਗਿਆ ਕਿ ਰਹਿਰਾਸ ਦਾ ਸਰੂਪ ਹੇਠ ਲਿਖਿਆ ਹੈ। ਪਹਿਲਾ ਸੋਦਰ ਦੇ 5 ਸ਼ਬਦ, ਫਿਰ 4 ਸ਼ਬਦ ਸੋਪੁਰਖ ਸਰਲੇਖ ਹੇਠ, ਫਿਰ 25 ਅੰਕ ਕਵਿਓ ਬਾਜ ਬੇਨਤੀ ਚੁਪਈ, ਫਿਰ ਅੱਗੇ ਸਵਈਆ ਦੋਹਰਾ, ਆਨੰਦ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ ਪੌੜੀ ਵਧਾਵਨੀ ਵਾਲਾ ਸ਼ਬਦ, ਤੇ ਫਿਰ 13 ਕੀਤਾ ਜਾਤੋ ਨਾਈ ਦਾ ਸ਼ਬਦ ਹੈ ਜਿੱਥੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਇਹ ਸਾਡਾ ਰਹਿਰਾਸ ਸਾਹਿਬ ਦਾ ਸਰੂਪ ਹੈ।
ਪਰ ਅੱਜ ਤਾਂ ਉਦੋਂ ਤਾਂ ਦੋ ਦੀ ਸ਼ਾਇਦ ਗੱਲ ਹੁੰਦੀ ਹੋਏਗੀ। ਮੇਰੀ ਬੇਨਤੀ ਹੈ ਕਮ ਸੇ ਕਮ ਸਾਨੂੰ ਆਪੋ ਵਿੱਚ ਏਕਤਾ ਰੱਖਣੀ ਚਾਹੀਦੀ ਹੈ, ਔਰ ਪੰਥ ਦੀ ਜਦੋਂ ਵੀ ਅਸੀਂ ਜਥੇਬੰਦਕ ਤੌਰ ਦੇ ਉੱਤੇ ਕਿਤੇ ਵੀ ਪਾਠ ਕਰਦੇ ਹਾਂ ਤਾਂ ਸਾਨੂੰ ਉਹੀ ਪਾਠ ਕਰਨਾ ਚਾਹੀਦਾ ਹੈ ਜੋ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਵਿੱਚ ਦਰਜ ਹੈ। ਗੁਰਦੁਆਰਿਆਂ ਵਿੱਚ ਤੇ ਹੋਰ ਸਥਾਨਾਂ ਦੇ ਉੱਤੇ ਵੀ ਸਾਨੂੰ ਉਹ ਪਾਠ ਉਸੇ ਸਰੂਪ ਦਾ ਹੀ ਕਰਨਾ ਚਾਹੀਦਾ ਹੈ। ਘਰ ਵਿੱਚ ਅਸੀਂ ਬੈਠ ਕੇ ਅਲੱਗ ਚੀਜ਼ ਕਰ ਸਕਦੇ ਹਾਂ ਪੰਥਕ ਤੌਰ ਤੇ, ਪਰ ਅਸੀਂ ਪੰਥਕ ਮਰਿਆਦਾ ਤੋਂ ਉੱਤੇ ਨਹੀਂ ਜਾ ਸਕਦੇ। ਘਰ ਦੇ ਵਿੱਚ ਅਸੀਂ ਹੋਰ ਬਾਣੀਆਂ ਪੜ੍ਹ ਸਕਦੇ ਹਾਂ, ਹੋਰ ਸ਼ਬਦ ਵੀ ਪੜ੍ਹ ਸਕਦੇ ਹਾਂ, ਘਰ 'ਚ ਅਸੀਂ ਬੈਠ ਕੇ ਕੀਰਤਨ ਕਰ ਸਕਦੇ ਹਾਂ, ਵਾਰਾਂ ਹੋਰ ਪੜ੍ਹ ਸਕਦੇ ਹਾਂ, ਲੇਕਿਨ ਕਮ ਸੇ ਕਮ ਜਦੋਂ ਅਸੀਂ ਗੁਰਦੁਆਰਾ ਸਾਹਿਬ ਵਿਖੇ ਜਾਂਦੇ ਹਾਂ ਤਾਂ ਫਿਰ ਸਾਨੂੰ ਉਹੀ ਡਿਸਿਪਲਿਨ ਨੂੰ ਸਾਹਮਣੇ ਰੱਖ ਕੇ ਉਹੀ ਸਰੂਪ ਰੱਖਣਾ ਚਾਹੀਦਾ ਹੈ ਜਿਹੜਾ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ। ਸਿੰਘ ਸਭੀਆਂ ਜੇ ਸਿੰਘ ਸਭੀਆਂ ਨੂੰ ਉਸ ਵੇਲੇ ਜਿਹੜੇ ਪੁਜਾਰੀ ਸਨ ਉਹ ਹਰਮੰਦਰ ਸਾਹਿਬ 'ਚ ਵੜਨ ਨਹੀਂ ਸੀ ਦਿੰਦੇ, ਜਾਂ ਦਰਬਾਰ ਸਾਹਿਬ ਵਿੱਚ ਵੜਨ ਦੀ ਇਜਾਜ਼ਤ ਵੀ ਨਹੀਂ ਸੀ ਦਿੰਦੇ। ਬਾਊ ਤੇਜਾ ਸਿੰਘ ਜੀ, ਭਾਈ ਰਣਧੀਰ ਸਿੰਘ ਜੀ, ਹੈਡਮਾਸਟਰ ਨਰਾਇਣ ਸਿੰਘ ਜੀ ਨੂੰ ਤਾਂ ਇੱਥੋਂ ਤੱਕ ਕਹਿਤਾ ਤੁਸੀਂ ਤਾਂ ਝੂਠ ਸਭੀਏ ਹੋ, ਤੁਹਾਡੀ ਅਰਦਾਸ ਨਹੀਂ ਹੋ ਸਕਦੀ। ਇਸ ਬੋਲੇ ਨਾਲ ਦਰਬਾਰ ਸਾਹਿਬ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ, ਇਹ ਕਹਿ ਕੇ ਕਿ ਤੁਸੀਂ ਤਾਂ ਝੂਠ ਸਭੀਏ ਹੋ। ਇਹ ਉਸ ਵੇਲੇ ਅਖਬਾਰਾਂ ਵਿੱਚ ਵੀ ਵਾਕਿਆ ਸਾਨੂੰ ਘਟਨਾ ਮਿਲਦੀ ਹੈ। ਇੱਕ ਅਖਬਾਰ ਦਾ ਮੈਂ ਜ਼ਿਕਰ ਕਰ ਰਿਹਾ, ਖਾਲਸਾ ਸਮਾਚਾਰ 2 ਦਸੰਬਰ 1910 ਦੇ ਵਿੱਚ ਜਿਹੜੀ ਇਹ ਛਪੀ ਸੀ ਉਹਦਾ ਮੈਂ ਜ਼ਿਕਰ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ। ਭਾਈ ਤੇਜਾ ਸਿੰਘ ਜੀ ਓਸੀ ਪਟਿਆਲਾ ਤੇ ਸਕੱਤਰ ਪੰਚਖੰਡ ਅਤੇ ਸਰਦਾਰ ਨਾਰਾਇਣ ਸਿੰਘ ਜੀ ਬੀਏ ਹੈਡਮਾਸਟਰ ਖਾਲਸਾ ਹਾਈ ਸਕੂਲ ਲੁਧਿਆਣਾ, ਭਾਈ ਰਣਧੀਰ ਸਿੰਘ ਜੀ ਤੇ ਹੋਰ ਸੱਜਣ 28 ਤਰੀਕ ਨੂੰ 3 ਵਜੇ ਦੁਪਹਿਰ ਦਰਬਾਰ ਸਾਹਿਬ ਜੀ ਗਏ। ਉਹਨਾਂ ਨੂੰ ਮਜਬੀ ਆ ਕੇ ਅੰਦਰੋਂ ਕੱਢਿਆ ਗਿਆ, ਪਰ ਇਹ ਸ਼ਰੀਫ ਸਿੰਘ ਸ਼ਾਂਤੀਪੂਰਵਕ ਬਾਹਰ ਵਿਰਾਜੇ ਰਹੇ। ਸ਼ਾਮ ਨੂੰ ਹੀ ਸਿੰਘ ਜੀ ਸਰਬਰਾਹ ਸਾਹਿਬ ਨੂੰ ਮਿਲ ਕੇ ਡਿਪਟੀ ਕਮਿਸ਼ਨਰ ਪਾਸ ਚੱਲੇ ਸਨ ਕਿ ਦਰਬਾਰ ਸਾਹਿਬ ਦੇ ਇੱਕ ਮੁੰਸ਼ੀ ਸਾਹਿਬ ਜੀ ਸਤਿਕਾਰਪੂਰਵਕ ਉਹਨਾਂ ਨੂੰ ਵਾਪਸ ਅੰਦਰ ਲੈ ਗਏ ਤੇ ਉਹਨਾਂ ਦੀ ਅਰਦਾਸ ਕਰਵਾ ਦਿੱਤੀ। ਇਹ ਖਬਰ ਛਪੀ ਸੀ ਖਾਲਸਾ ਸਮਾਚਾਰ 2 ਦਸੰਬਰ 1910 ਦੇ ਵਿੱਚ, ਜਿਹੜੀ ਖਬਰ ਦਾ ਮੈਂ ਹਵਾਲਾ ਆਪ ਜੀ ਨੂੰ ਦਿੱਤਾ ਹੈ। ਇਹ ਹਾਲਾਤ ਸੀ ਉਸ ਵੇਲੇ। ਸਿੰਘ ਸਭਾ ਦੇ ਸਿੱਖੀ ਦੇ ਇਸ ਪਹਿਲੂ ਤੋਂ ਕਿੰਨੀ ਸੇਵਾ ਕੀਤੀ, ਕੌਮ ਦੀ ਨੁਹਾਰ ਕਿੰਨੀ ਖੇਤਰ ਵਿੱਚ ਬਦਲੀ, ਇਸ ਦਾ ਜੇ ਅਸੀਂ ਗੱਲ ਕਰਾਂਗੇ ਤਾਂ ਬਹੁਤ ਵੱਡੇ ਇੱਕ ਗ੍ਰੰਥ ਸਾਨੂੰ ਬਣਾਉਣਾ ਪਵੇਗਾ। ਪਰ ਕੁਝ ਪਹਿਲੂ ਅਜਿਹੇ ਹਨ ਜਿਨ੍ਹਾਂ ਨੂੰ ਅਸੀਂ ਛੱਡ ਨਹੀਂ ਸਕਦੇ। ਜਾਤ ਪਾਤ ਛੂਤ ਛਾਤ ਦੇ ਵਿਰੋਧ ਵਿੱਚ ਸਿੰਘ ਸਭਾ ਦੇ ਸੇਵਕਾਂ ਨੇ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ, ਕੁਰਬਾਨੀ ਕੀਤੀ। ਛੂਤਾਂ ਦੇ ਸੁਧਾਰ ਤੇ ਦੂਜੇ ਪਾਸੇ ਅਸੀਂ ਕਹਿ ਸਕਦੇ ਹਾਂ ਜੋ ਉਹਨਾਂ ਵਿੱਚੋਂ ਸਿੰਘ ਸਦਨ ਵਾਲੇ ਜਿਹੜੇ ਸਨ ਉਹਨਾਂ ਦੇ ਨਾਲ ਜਿਹੜਾ ਪਹਿਲਾਂ ਬਾੜਾ ਵਰਤਾਓ ਹੁੰਦਾ ਸੀ, ਉਹਨਾਂ ਨੂੰ ਸਿੰਘ ਸਭਾ ਲਹਿਰ ਨੇ ਮਾਨਤਾ ਦਵਾਈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਿਹਦਾ 1903 ਵਿੱਚ ਮੌਲਵੀ ਕਰੀਮ ਬਖਸ਼ ਦੇ ਨਾਲ ਅੰਮ੍ਰਿਤ ਛਕਣਾ, ਜੋ ਪਿੱਛੋਂ ਸੰਤ ਲਖਵੀਰ ਸਿੰਘ ਕਰਕੇ ਪ੍ਰਸਿੱਧ ਹੋਏ, ਇੱਕ ਇਤਿਹਾਸਿਕ ਘਟਨਾ ਹੈ। ਅਜਿਹੇ ਸਿੰਘਾਂ ਦੇ ਨਾਮ ਵੀ ਹਨ। ਇਹ ਕਾਰਨਾਮੇ ਕਿਸੇ ਇਨਕਲਾਬੀ ਕਦਮ ਤੋਂ ਘੱਟ ਨਹੀਂ ਸਨ। ਇਨਕਲਾਬ ਸੀ ਉਸ ਵੇਲੇ ਦਾ। ਆਪਣੀਆਂ ਧੀਆਂ ਭੈਣਾਂ ਦੇ ਰਿਸ਼ਤੇ ਗੈਰ ਜਾਤੀ ਲੋਕਾਂ ਨਾਲ ਐਲਾਨ ਕਰਕੇ ਕਰਨੇ ਵੀ ਅਸੀਂ ਕਰ ਰਹੇ ਹਾਂ ਐਲਾਨ। ਅੱਜ ਅਸੀਂ ਅਜੇ ਤੱਕ ਅਸੀਂ ਵੀ ਅੱਜ ਤੋਂ ਬਾਹਰ ਨਹੀਂ ਨਾ ਨਿਕਲ ਸਕੇ। ਇਹ ਸਿੰਘ ਵਧੇਰੇ ਪੰਚ ਖਾਲਸਾ ਦੀਵਾਨ ਜਿਹੜੇ ਸੀ ਉਹਨਾਂ ਦੇ ਵਿੱਚੋਂ ਸਨ, ਜਿਨ੍ਹਾਂ ਦੇ ਵਿੱਚੋਂ ਉੱਚ ਜਾਤੀ ਦੇ ਸਿੰਘਾਂ ਦੀਆਂ ਬੀਬੀਆਂ, ਜਿਨ੍ਹਾਂ ਨੂੰ ਅਖੌਤੀ ਤੌਰ ਤੇ ਛੂਤ ਜੁਲਾਏ ਤੇ ਜਾਂ ਹੋਰ ਸ਼੍ਰੇਣੀਆਂ ਦੇ ਵਿੱਚ ਗਿਣਿਆ ਜਾਂਦਾ ਸੀ, ਤੇ ਉਹਨਾਂ ਸ਼੍ਰੇਣੀਆਂ ਵਿੱਚੋਂ ਸਜੇ ਸਿੰਘਾਂ ਦੇ ਨਾਲ ਵਿਆਹੀਆਂ ਗਈਆਂ ਸਨ। ਔਰ ਪ੍ਰੈਕਟੀਕਲ ਕਰਕੇ ਦੱਸਿਆ, ਗੱਲਾਂ ਨਾਲ ਨਹੀਂ ਕੀਤਾ, ਪ੍ਰੈਕਟੀਕਲ ਕਰਕੇ ਦੱਸਿਆ। ਇਹ ਨੰਬਰ ਸਨ ਉਸ ਵੇਲੇ ਜਿਹੜੀ ਕੌਮ ਦੇ ਵਿੱਚ ਆ ਚੁੱਕੇ ਸਨ, ਜਿਨ੍ਹਾਂ ਨੂੰ ਇਹਨਾਂ ਸਿੰਘ ਸਭਾ ਲਹਿਰ ਦੇ ਸੂਰਮਿਆਂ ਨੇ ਆਪਣੇ ਗਿਆਨ ਦੇ ਹਥਿਆਰ ਦੇ ਨਾਲ ਜਿਹੜਾ ਸੀ ਉਸ ਨੂੰ ਕੱਢਿਆ ਤੇ ਇੱਕ ਨਵੀਂ ਸੇਧ ਜਿਹੜੀ ਸੀ ਨਿਆਰਾ ਤੇ ਨਰਾਲਾ ਪੰਥ ਜੋ ਗੁਰੂ ਤੇ ਚਲਾਇਆ ਸੀ ਉਹਨੂੰ ਅੱਗੇ ਵਧਾਇਆ। ਅੱਗੇ ਅਸੀਂ ਗੱਲ ਕਰਦੇ ਹਾਂ ਇਹ ਵਿਦਵਤਾ ਦੇ ਨਾਲ, ਇੱਕ ਢੰਗ ਦੇ ਨਾਲ, ਗਿਆਨ ਦੇ ਨਾਲ ਬ੍ਰਾਹਮਣੀ ਧਰਮਾਂ ਤੋਂ ਛੁਟਕਾਰਾ, ਜਿਹੜਾ ਸਿੰਘ ਸਭਾ ਲਹਿਰ ਨੇ ਇੱਕ ਅਗਲਾ ਕਦਮ ਕੀਤਾ। ਜਦੋਂ ਇਹ ਲਹਿਰ ਨੇ ਜਨਮ ਲਿਆ ਤਾਂ ਖਾਸ ਕਰਕੇ ਸਿੱਖੀ ਦੇ ਘਰ ਵਿੱਚ, ਸਿੱਖੀ ਦੇ ਵਿਹੜੇ 'ਚ ਅਨਮਤੀ ਧਰਮ ਰਸਮਾਂ ਜਿਹੜੀਆਂ ਸਨ, ਖਾਸ ਕਰਕੇ ਬ੍ਰਾਹਮਣੀ ਧਰਮ ਦੇ ਖਿਲਾਰੇ ਹੋਏ ਇਹ
ਇੱਕ ਦੂਜੇ ਕਹਿ ਦਿਆਂ ਜਿਹੜੀ ਵੇਸਟ ਕਹਿ ਲਈਏ ਜਾਂ ਕੂੜਾ ਕਰਕਟ ਨੂੰ ਜਿਹੜਾ ਸੀ ਉਹਨੂੰ ਸਾਫ਼ ਕਰਨ ਦਾ ਬੀੜਾ ਇਹਨਾਂ ਸਿੰਘ ਸਭੀਆਂ ਦੇ ਸੂਰਬੀਰਾਂ ਨੇ ਆਪਣੇ ਸਿਰ ਤੇ ਚੁੱਕਿਆ। ਉਹ ਸਮਾਂ ਸੀ ਜਦੋਂ ਵਿਰੋਧੀਆਂ ਨੂੰ ਸ਼ਸਤਰਾਂ ਨਾਲ ਨਹੀਂ, ਹੁਣ ਸ਼ਸਤਰ ਦੀ ਅਸਲ ਜ਼ਮਾਨਾ ਨਹੀਂ ਸੀ, ਸ਼ਾਸਤਰ ਦੀ ਲੋੜ ਸੀ, ਗਿਆਨ ਦੀ ਲੋੜ ਸੀ, ਸ਼ਾਸਤਰੀ ਢੰਗ ਨਾਲ ਸੋਧਣ ਦੀ ਲੋੜ ਸੀ। ਇਸ ਵੇਲੇ ਗਿਆਨ ਦੇ ਹਥਿਆਰ ਦੀ ਲੋੜ ਸੀ। ਗੁਰੂ ਨਾਨਕ ਪਾਤਸ਼ਾਹ ਦੇ ਦੋ ਹਥਿਆਰ ਬਖਸ਼ੇ ਸਨ ਜਿੱਥੇ ਵੀ ਗਏ, ਇੱਕ ਪ੍ਰੇਮ ਦਾ ਤੇ ਦੂਜਾ ਗਿਆਨ ਦਾ। ਦੋ ਹਥਿਆਰ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕ ਨੂੰ ਬਖਸ਼ੇ ਹਨ। ਮੈਂ ਅੱਜ ਵੀ ਬੇਨਤੀ ਕਰ ਰਿਹਾ ਹਾਂ, ਪ੍ਰਚਾਰਕ ਸ਼੍ਰੇਣੀ ਨੂੰ ਘੱਟੋ ਘੱਟ ਇਹ ਦੋ ਹਥਿਆਰਾਂ ਦੇ ਉੱਤੇ ਜ਼ਰੂਰ ਅਮਲ ਕਰਨਾ ਚਾਹੀਦਾ ਹੈ। ਇੱਕ ਪਿਆਰ ਦਾ ਹਥਿਆਰ, ਦੂਜਾ ਗਿਆਨ ਦਾ ਹਥਿਆਰ। ਬੋਲੀ ਵਿੱਚ ਪਿਆਰ ਹੋਵੇ, ਦਲੀਲ ਵਿੱਚ ਗਿਆਨ ਹੋਵੇ, ਇਹ ਜ਼ਰੂਰੀ ਚੀਜ਼ਾਂ ਹਨ ਪ੍ਰਚਾਰਕ ਸ਼੍ਰੇਣੀ ਲਈ। ਬੋਲੀ ਕਰਖਤ ਹੋਵੇ, ਬੋਲੀ ਮਾੜੀ ਹੋਵੇ, ਪ੍ਰਚਾਰਕ ਦਾ ਉਹ ਪ੍ਰਭਾਵ ਨਹੀਂ ਪੈ ਸਕਦਾ। ਬੋਲੀ 'ਚ ਪਿਆਰ ਹੋਣਾ ਚਾਹੀਦਾ ਹੈ, ਸ਼ਬਦਾਵਲੀ ਪਿਆਰ ਦੀ ਹੋਣੀ ਚਾਹੀਦੀ ਹੈ। ਇਹ ਹਥਿਆਰ ਸਾਨੂੰ ਗੁਰੂ ਪਾਤਸ਼ਾਹ ਨੇ ਬਖਸ਼ ਕੀਤਾ। ਬਾਬਾ ਦੇਖੇ, ਬਾਬਾ ਬੋਲੇ, ਗਿਆਨ ਸਰੂਪ। ਬਾਬਾ ਦੇਖੇ ਤਾਂ ਜੋਤ ਸਰੂਪ। ਜਨਮ ਸਾਖੀ ਵਾਲੇ ਨੇ ਗੱਲ ਲਿਖੀ ਹੈ ਕਿ ਬਾਬਾ ਬੋਲੇ ਤਾਂ ਗਿਆਨ ਸਰੂਪ, ਬਾਬਾ ਦੇਖੇ ਤਾਂ ਜੋਤ ਸਰੂਪ। ਪਿਆਰ ਦੀ ਨਜ਼ਰ ਨਾਲ ਬਾਬਾ ਵੇਖਦਾ ਤੇ ਬਾਬਾ ਗਿਆਨ ਦੀ ਗੱਲ ਕਰਕੇ ਲੋਕਾਂ ਨੂੰ ਆਪਣੇ ਮਾਰਗ ਤੇ ਚੱਲਣ ਲਈ ਪਿੱਛੇ ਲਾ ਲੈਂਦਾ। ਇਹ ਜਨਮ ਸਾਖੀ ਵਾਲਾ ਇਹ ਗੱਲ ਲਿਖਦਾ ਹੈ। ਦੋ ਹਥਿਆਰ ਜਿਹੜੇ ਹਨ ਇਹ ਸਾਨੂੰ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਹਨ। ਸਿੰਘ ਸਭਾ ਲਹਿਰ ਦੇ ਇਹਨਾਂ ਯੋਧਿਆਂ ਨੇ ਗਿਆਨ ਦੇ ਹਥਿਆਰ ਨੂੰ ਇੱਕ ਲੋੜੀਂਦਾ ਹਥਿਆਰ ਉਸ ਨੇ ਸਮਝਿਆ। ਦਲੀਲ, ਵਿਦਿਆ ਅਤੇ ਇੱਕ ਢੰਗ ਜੁਗਤੀ ਦੇ ਨਾਲ ਇਹਨਾਂ ਹਥਿਆਰਾਂ ਨੂੰ ਠੀਕ ਤਰ੍ਹਾਂ ਚਲਾਉਣ ਵਾਲੀ ਚਿੱਤਰ ਤੇ ਪ੍ਰਬਲ ਬੁੱਧੀ ਉਹਨਾਂ ਦੇ ਵਿੱਚ ਸੀ। ਜਿਹੜੀ ਬੁੱਧੀ ਉਹਨਾਂ ਦੇ ਵਿੱਚ ਸੀ, ਬੁੱਧੀ ਦੇ ਗਿਆਨ ਦੇ ਬੁੱਧੀ ਦੇ ਹਥਿਆਰ ਨੂੰ ਕਹਿੰਦੇ ਨੇ ਸਾਲ ਤੇ ਚਾੜਨਾ। ਜਿੱਥੇ ਹਥਿਆਰ ਨੂੰ ਤਿੱਖਾ ਕੀਤਾ ਜਾਂਦਾ ਉੱਥੇ ਚਾੜਨ ਤੇ ਸਬਰ ਰੱਖਣ ਲਈ ਵੀ ਜਿਹੜੀ ਹੈ ਉਹ ਸਬਰ ਹੋਣਾ ਵੀ ਬੜਾ ਜ਼ਰੂਰੀ ਹੈ। ਇਹ ਵੀ ਮੈਂ ਇੱਕ ਬੇਨਤੀ ਕਰਦੇ ਹਾਂ। ਸਬਰ ਰੱਖਣ ਲਈ ਵੀ ਗਿਆਨ ਚਾਹੀਦਾ ਹੈ। ਅਸੀਂ ਕਿਸੇ ਦੀ ਗੱਲ ਸੁਣਦੇ ਨਹੀਂ, ਸਾਡਾ ਸੁਭਾਅ ਹੈ, ਅਸੀਂ ਗੱਲ ਨਹੀਂ ਸੁਣਦੇ, ਪਹਿਲਾਂ ਜਵਾਬ ਠਾ ਕਰਕੇ ਉਹਦੇ ਸਿਰ ਤੇ ਮਾਰਦੇ ਹਾਂ। ਪਰ ਇਹ ਜਿੱਥੋਂ ਸਿੰਘ ਸਭਾ ਲਹਿਰ ਦੇ ਨਾ ਆਗੂਆਂ ਦੇ ਇਹਨਾਂ ਸੇਵਕਾਂ ਦੇ ਪਾਸੋਂ ਸਿੱਖਣ ਦੀ ਲੋੜ ਹੈ ਕਿ ਜਦੋਂ ਉਹਨਾਂ ਨੇ ਵਿਚਾਰ ਚਰਚਾ ਕੀਤੀ ਤਾਂ ਵਿਚਾਰ ਚਰਚਾ ਵਿੱਚ ਪੱਖ ਸੁਣਿਆ। ਵਿਚਾਰ ਉਹ ਨਹੀਂ ਹੁੰਦਾ ਆਪਣਾ ਪੱਖ ਦੱਸਣਾ, ਵਿਚਾਰ ਹੁੰਦਾ ਉਹ ਦੂਜੇ ਦੀ ਗੱਲ ਸੁਣਨੀ ਤੇ ਆਪਣਾ ਗੱਲ ਦੀ ਕਰਨੀ। ਅੱਜ ਸਾਡੇ ਅੰਦਰ ਵਿਚਾਰ ਚਰਚਾ ਦੀ ਕਮੀ ਹੈ। ਅਸੀਂ ਵਿਚਾਰ ਚਰਚਾ ਨਹੀਂ ਕਰਦੇ, ਅਸੀਂ ਗਿਆਨ ਚਰਚਾ ਕਰਦੇ ਹਾਂ ਜਾਂ ਅਸੀਂ ਲੜਾਈ ਚਰਚਾ ਕਰਦੇ ਹਾਂ। ਦੋ ਹੀ ਚਰਚਾ ਸਾਡੇ 'ਚ ਰਹਿ ਗਈਆਂ। ਤਾਂ ਸਾਨੂੰ ਵਿਚਾਰ ਚਰਚਾ ਸਿੱਖਣੀ ਚਾਹੀਦੀ ਹੈ, ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦਿੱਤੀ ਸੀ ਸਿੱਧਾ ਦੇ ਨਾਲ ਕਰਦਿਆਂ ਹੋਇਆ, ਔਰ ਜਿਹੜੀ ਸਿੰਘ ਸਭਾ ਲਹਿਰ ਦੇ ਇਹਨਾਂ ਸੂਰਮਿਆਂ ਨੇ ਅਪਣਾਇਆ ਸੀ। ਤਾਂ ਉਹਨਾਂ ਦੇ ਜੇ ਭਾਈ ਦਿੱਤ ਸਿੰਘ ਜੀ ਨੇ ਪੰਡਤ ਦਿਆਨੰਦ ਸਾਧੂ ਦਿਆਨੰਦ ਪੰਡਤ ਦਿਆਨੰਦ ਨਾਲ ਹੋਏ, ਜਿਹੜਾ ਉਹਦਾ ਸ਼ਾਸਤਰ ਗਿਆਨ ਸੀ, ਉਹਨੂੰ ਮੇਰਾ ਤੇ ਸਾਧੂ ਦਿਆਨੰਦ ਦਾ ਸਵਾਦ ਪੁਸਤਕ ਨੂੰ ਜਿਸਨੇ ਪੜ੍ਹਿਆ ਜਾਂ ਪੜ੍ਹ ਲਿਆ ਹੈ, ਉਹਨਾਂ ਦੀ ਦੂਜੀ ਪੁਸਤਕ ਸੀ ਦੰਭ ਵਿਦਾਰਨ। ਇੱਕ ਪੁਸਤਕ ਹੋਰ ਦਾ ਨਾਮ ਸੀ ਦੰਭ ਵਿਦਾਰਨ। ਜਿਸਨੇ ਝਾਤ ਮਾਰੀ ਹੈ ਉਹ ਸਹਿਜੇ ਅੰਦਾਜ਼ਾ ਲਾ ਲੇਗਾ ਕਿ ਸਿੰਘ ਸਭਾ ਲਹਿਰ ਦਾ ਇੱਕ ਬੋਧਕ ਸਤੰਭ ਕਿੰਨਾ ਉੱਚਾ ਸੀ, ਪਿੱਲਰ ਕਿੰਨੇ ਤਗੜੇ ਸਨ ਉਹਨਾਂ ਦੇ, ਕਿੰਨਾ ਰੋਸ਼ਨ ਤੇ ਕਿੰਨਾ ਅਦੁੱਤੀ ਗੁਣਾਂ ਦੇ ਭੰਡਾਰ ਸਨ ਉਹ ਸਿੰਘ ਸਭਾ ਦੇ ਸੂਰਮੇ ਜਿਹੜੇ ਸਨ। ਰੋਸ਼ਨ ਦਿਮਾਗ ਕਿੰਨੇ ਸਨ। ਪੁਰਾਣੇ ਬ੍ਰਾਹਮਣੀ ਧਰਮ ਗ੍ਰੰਥਾਂ ਦੇ ਨਾਲ ਨਾਲ ਇਹਨਾਂ ਨੂੰ ਕਿਵੇਂ ਪੱਛਮ ਦਾ ਗਿਆਨ ਜਿਹੜਾ ਸੀ ਉਹਦੇ ਤੇ ਬੜਾ ਇਹਨਾਂ ਦੀ ਪਕੜ ਸੀ। ਹਾਲਾਂਕਿ ਅੱਜ ਸਾਡੇ ਕੋਲ ਨਾ ਦੂਜੇ ਧਰਮਾਂ ਦਾ ਗਿਆਨ ਹੈ, ਨਾ ਹੋਰ ਪੱਛਮ ਦੇ ਧਰਮਾਂ ਦਾ ਗਿਆਨ ਹੈ। ਇਹ ਕਮੀ ਹੈ ਸਾਡੇ ਪ੍ਰਚਾਰ ਦੇ ਵਿੱਚ, ਹੋਣਾ ਚਾਹੀਦਾ ਹੈ। ਕਿੰਨਾ ਉਹਨਾਂ ਨੇ ਮਿਹਨਤ ਕੀਤੀ ਹੋਏਗੀ, ਕਿੰਨਾ ਉਹਨਾਂ ਨੇ ਉਦਮ ਕੀਤਾ ਹੋਵੇਗਾ, ਕਿੰਨਾ ਉਪਰਾਲਾ ਕੀਤਾ ਹੋਵੇਗਾ ਇਸ ਕੰਮ ਦੇ ਲਈ। ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀਆਂ ਰਚਨਾ ਉਸ ਕਾਲ ਦੀਆਂ ਰਚਨਾਵਾਂ ਤੋਂ ਇੱਕ ਗੱਲ ਬੜੀ ਸਾਫ਼ ਜਿਹੀ ਹੁੰਦੀ ਹੈ ਕਿ ਭਾਈ ਮਈਆ ਸਿੰਘ ਜੀ ਪੰਜਾਬੀ ਅੰਗਰੇਜ਼ੀ ਦੀ ਡਿਕਸ਼ਨਰੀ ਉਸ ਵੇਲੇ ਕੋਈ ਇੱਕ ਵਿਅਕਤੀ ਤਾਂ ਨਹੀਂ, ਕੋਈ ਮਹਿਕਮਾ ਭਾਵੇਂ ਬੇਸ਼ੱਕ ਰਚਨ ਦੇ ਸਮਰੱਥ ਹੋ ਜਾਏ, ਉਹ ਜਿਹੀ ਡਿਕਸ਼ਨਰੀ ਨਹੀਂ ਬਣ ਸਕਦੀ ਜਿਹੜੀ ਭਾਈ ਮਈਆ ਸਿੰਘ ਦੀ ਪੰਜਾਬੀ ਅੰਗਰੇਜ਼ੀ ਦੀ ਡਿਕਸ਼ਨਰੀ ਉਸ ਵੇਲੇ ਦੀ ਬਣੀ ਹੋਈ ਹੈ। ਪ੍ਰੋਫੈਸਰ ਗੁਰਮੁਖ ਸਿੰਘ ਜੀ ਜੋ ਸਿੰਘ ਸਭਾ ਲਹਿਰ ਦੇ ਜਾਨ ਸਨ, ਜਿੰਦ ਜਾਨ ਸਨ, ਜਿੱਥੇ ਪੂਰਬੀ ਕਹਿ ਲਵਾਂ ਵੀ ਆਪਣੀ ਸਾਡੀ ਵਾਲੀ ਵਿਦਿਆ ਤੇ ਪੱਛਮੀ ਵਿਦਿਆ
ਦੋਨਾਂ ਦੇ ਉੱਚ ਦਰਜੇ ਦੇ ਵਿਦਵਾਨ ਸਨ। ਪ੍ਰੋਫੈਸਰ ਗੁਰਮੁਖ ਸਿੰਘ ਜੀ, ਉਹਨਾਂ ਦੇ ਕੰਮ ਕਰਨ ਦੀ ਸ਼ਕਤੀ, ਉਹਨਾਂ ਦੇ ਅੰਦਰ ਲਗਨ, ਉਹਨਾਂ ਦੀ ਵਿਦਵਤਾ ਨਾਲੋਂ ਵੀ ਹੋਰ ਜ਼ਿਆਦਾ ਦੂਸਵਾਈ ਜੇ ਕਹਿ ਸਕਦੇ ਹਾਂ। ਸਿੰਘ ਸਭਾ ਲਹਿਰ ਦੇ ਇਹਨਾਂ ਸੇਵਕਾਂ ਦੇ ਨਾਲ ਨਾਲ ਜਿਨ੍ਹਾਂ ਹੋਰਨਾਂ ਵਿਦਵਾਨਾਂ ਦੀ ਵਿਦਵਤਾ ਉਸ ਵੇਲੇ ਸਿੱਖਾਂ ਵਿੱਚ ਇੱਕ ਵਿਸ਼ੇਸ਼ ਜਿਹਾ ਥਾਂ ਰੱਖਦੀ ਹੈ, ਉਹਨਾਂ ਵਿਦਵਾਨਾਂ ਦੀਆਂ ਤਸਵੀਰਾਂ ਮੈਕਾਲਫ ਨੇ ਆਪਣੇ ਗ੍ਰੰਥ ਸਿੱਖ ਰਿਲੀਜਨ ਦੇ ਸ਼ੁਰੂ ਦੇ ਵਿੱਚ ਛਾਪ ਕੇ ਉਹਨਾਂ ਪ੍ਰਤੀ ਆਪਣੀ ਵਿਸ਼ੇਸ਼ ਧੰਨਵਾਦ ਵੀ ਕੀਤਾ ਹੈ। ਇਹਨਾਂ ਵਿਦਵਾਨ ਰਤਨ, ਮੈਂ ਇਹਨੂੰ ਰਤਨ ਲਫ਼ਜ਼ ਵਰਤਿਆ ਹਾਂ ਕਿ ਇਹਨਾਂ ਵਿਦਵਾਨ ਰਤਨਾਂ ਦੇ ਨਾਮ ਸਿੰਘ ਸਭਾ ਲਹਿਰ ਦੇ ਸੇਵਕਾਂ ਵਿੱਚ ਆ ਜਾਂਦੇ ਹਨ, ਜਿਨ੍ਹਾਂ ਵਿੱਚ ਭਾਈ ਜਿੱਤ ਸਿੰਘ ਜੀ, ਗਿਆਨੀ ਹਜ਼ਾਰਾ ਸਿੰਘ ਜੀ, ਗਿਆਨੀ ਸਰਦੂਲ ਸਿੰਘ ਜੀ, ਤੇ ਇਹਨਾਂ ਵਿਦਵਾਨਾਂ ਤੋਂ ਛੁੱਟ ਮਕਾਲਫ ਨੇ ਜਿਨ੍ਹਾਂ ਇਹ ਗ੍ਰੰਥ ਦੀ ਕਿਰਤਗਰਤਾ ਜਦੋਂ ਕਈ ਹੱਕ ਭੇਟ ਕੀਤੇ, ਉਹਦੇ ਚ ਭਾਈ ਕਾਹਨ ਸਿੰਘ ਨਾਭਾ ਜੀ ਦੀ ਰਚੀ ਪੁਸਤਕ ਮਹਾਨ ਖੋਜ ਜਿਹੜੀ ਹੈ, ਜਿਹਦੇ ਅਸੀਂ ਅੱਜ ਹਵਾਲੇ ਦਿੰਦੇ ਹਾਂ, ਉਹਨਾਂ ਦੀ ਵਿਦਵਤਾ ਦੀ ਇੱਕ ਮੂੰਹ ਬੋਲਦੀ ਤਸਵੀਰ ਸਾਡੇ ਸਾਹਮਣੇ ਹੈ ਕਿ ਕਿੰਨੇ ਵਿਦਵਾਨ ਹੋਣਗੇ, ਕਿੰਨੀ ਮਿਹਨਤ ਕੀਤੀ ਹੋਏਗੀ। ਇੱਕ ਅਮਰ ਰਚਨਾ ਮੈਂ ਕਹਿ ਸਕਦਾ ਹਾਂ ਕਿ ਭਾਈ ਕਾਹਨ ਸਿੰਘ ਨਾਭਾ ਦੀ ਗੁਰਮਤਿ ਮਾਰਤੰਡ, ਗੁਰਮਤਿ ਸੁਧਾਕਰ, ਗੁਰਮਤਿ ਪ੍ਰਭਾਕਰ, ਮਹਾਨ ਕੋਸ਼, ਇਹ ਇੱਕ ਅਮਰ ਰਚਨਾ ਹਨ ਜਿਹੜੀਆਂ ਸਦੀਵ ਕਾਲ ਤੱਕ ਹੀ, ਜਦੋਂ ਤੱਕ ਅਸੀਂ ਇਹਨਾਂ ਨੂੰ ਪੜ੍ਹਦੇ ਜਾਵਾਂਗੇ ਉਹ 'ਚ ਕੁਝ ਨਾ ਕੁਝ ਸਿੱਖਦੇ ਜਾਵਾਂਗੇ। ਇਹ ਅੱਜ ਸਾਡੇ ਵਿੱਚੋਂ ਅਲੋਪ ਹੋ ਗਈਆਂ, ਸਾਨੂੰ ਪੜ੍ਹਨ ਦਾ ਸੁਭਾਅ ਵੀ ਨਹੀਂ ਆਇਆ। ਇਸ ਕਰਕੇ ਸਾਨੂੰ ਇਹਨਾਂ ਕਿਤਾਬਾਂ ਨੂੰ ਜ਼ਰੂਰ ਝਾਤ ਮਾਰਨੀ ਚਾਹੀਦੀ ਹੈ, ਖਾਸ ਕਰਕੇ ਮਹਾਨ ਕੋਸ਼ ਤੋਂ ਕੋਈ ਗੁਰਮਤਿ ਸੁਧਾਕਰ, ਗੁਰਮਤਿ ਪ੍ਰਭਾਕਰ ਤੇ ਗੁਰਮਤਿ ਮਾਰਤੰਡ ਵਿੱਚ ਵੀ ਸਾਨੂੰ ਨਜ਼ਰ ਜ਼ਰੂਰ ਮਾਰਨੀ ਚਾਹੀਦੀ ਹੈ। ਭਾਗ 1 ਭਾਗ 2 ਜਿਹੜੇ ਹਨ। ਭਾਈ ਦਿੱਤ ਸਿੰਘ ਜੀ ਤਾਂ ਖੈਰ ਸ਼ਾਸਤਰਾਂ ਦੇ ਗਿਆਨ ਦੇ ਵਿੱਚੋਂ ਤਾਂ ਉਹਨਾਂ ਦਾ ਕੋਈ ਸਾਨੀ ਨਹੀਂ ਕਹਿ ਸਕਦਾ। ਭਾਈ ਦਿੱਤ ਸਿੰਘ ਜੀ ਦੀ ਜਦੋਂ ਗੱਲ ਕਰਦੇ, ਪੰਡਿਤ ਗੁਰਬਖਸ਼ ਸਿੰਘ ਜੀ ਪਟਿਆਲੇ ਵਾਲੇ, ਭਾਈ ਦਿੱਤ ਸਿੰਘ ਜੀ ਦੀ ਭਾਸ਼ਣ ਸ਼ਕਤੀ, ਭਾਈ ਵੀਰ ਸਿੰਘ ਜੀ ਦੀ ਕਥਾ ਵਿਖਿਆਨ, ਇਹਨਾਂ ਦੇ ਜਿਹੜੇ ਦੀਵਾਨਾਂ ਦੇ ਵਿੱਚ ਜਦੋਂ ਬੋਲਦੇ ਸਨ ਤਾਂ ਸੰਗਤ ਹਿੱਲ ਨਹੀਂ ਸੀ ਸਕਦੀ, ਸੰਗਤ ਏਦਾਂ ਕੀਲੀ ਜਾਂਦੀ ਸੀ। ਅੱਜ ਕੱਲ ਘੱਟ ਪੜ੍ਹੇ ਹੋਏ ਜਿਹੜੇ ਕਮਿਊਨਿਸਟਾਂ ਵਿੱਚ ਵੀ ਆਪਣਾ ਪੱਖ ਬਣਾਉਣ ਦੀ ਸ਼ਕਤੀ ਅਸੀਂ ਦੇਖਦੇ ਹਾਂ, ਉਹ ਵੀ ਕਾਮਰੇਡ ਲੋਕ ਜਿਹੜੇ ਉਹ ਵੀ ਬੜੇ ਦਲੀਲਾਂ ਦਿੰਦੇ ਆ। ਉਸ ਵੇਲੇ ਦੇ ਜਿਹੜੇ ਬੁੱਧੀਵਾਨ ਪ੍ਰਚਾਰਕਾਂ ਦੇ ਸਿਦਕ ਸਦਕਾ ਸਧਾਰਨ ਤੋਂ ਸਧਾਰਨ ਸਿੱਖ ਵੀ ਦਲੀਲਬਾਜ਼ੀ ਤੇ ਵਿਚਾਰ ਚਰਚਾ ਲਈ ਆਪਣੇ ਆਪ ਨੂੰ ਹਮੇਸ਼ਾ ਤਿਆਰ ਰੱਖਦਾ ਸੀ। ਉਸ ਵੇਲੇ ਉਹਨਾਂ ਦਾ ਇੰਨਾ ਗਿਆਨ ਉਹਨਾਂ ਨੇ ਵੰਡ ਦਿੱਤਾ ਸੀ ਵੀ ਇੱਕ ਸਿੱਖ ਨੂੰ ਵੀ ਪਤਾ ਲੱਗ ਗਿਆ ਸੀ ਵੀ ਕਿਹੜਾ ਜਵਾਬ ਕਿਸ ਨੂੰ ਦੇਣਾ ਹੈ, ਕਿਹੜੀ ਗੱਲ ਕਿਸੇ ਨਾਲ ਕਰਨੀ ਹੈ, ਕਿਸ ਮੌਕੇ ਤੇ ਕਰਨੀ ਹੈ। ਇਹ ਇੱਕ ਵਿਦਵਤਾ ਦੀ ਲਹਿਰ ਸੀ, ਜਿਹੜੀ ਗਿਆਨ ਦੀ ਲਹਿਰ ਸੀ, ਜਿਹੜੀ ਸਿੱਖ ਸਭਾ ਲਹਿਰ ਨੇ ਚਲਾਈ। ਨਵੀਨ ਢੰਗ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਨਾ, ਆਖਰੀ ਗੱਲ ਆਪਾਂ ਕਰੀਏ ਵੀ ਜਿਹੜਾ ਉਹਨਾਂ ਸਿੰਘ ਸਭਾ ਨੇ ਅਪਣਾਇਆ। ਸਿੰਘ ਸਭਾ ਲਹਿਰ ਦਾ ਜ਼ਮਾਨਾ ਜਿਹੜਾ ਸੀ ਉਹ ਪੱਛਮੀ ਵੈਸਟਰਨ ਕਲਚਰ ਜਾਂ ਵੈਸਟਰਨ ਵਿਦਿਆ ਦਾ ਇੱਕ ਐਂਟਰੀ ਸੀ। ਉਸ ਵੇਲੇ ਇਹ ਕਹਿ ਸਕਦੇ ਹਾਂ ਵੀ ਉਹਨਾਂ ਦੇ ਇਹ ਪ੍ਰਵੇਸ਼ ਦਾ ਸਮਾਂ ਸੀ ਜਿਹੜਾ ਵੈਸਟਰਨ ਵਿਦਿਆ ਦਾ ਉਸ ਵੇਲੇ, ਤੇ ਨਾਲ ਹੀ ਇਹ ਹਿੰਦੂ ਦੇ ਜਿਹੜਾ ਵੈਦਿਕ ਧਰਮ ਤੇ ਆਰੀਆ ਸਮਾਜ ਦੇ ਰੂਪ ਵਿੱਚ ਨਵੀਂ ਜਾਗ੍ਰਿਤੀ ਦੇ ਉਸ ਵੇਲੇ ਅੰਗੜਾਈਆਂ ਲੈ ਰਿਹਾ ਸੀ, ਚਾਹੇ ਕਹਿ ਲਈਏ ਉੱਠ ਚੁੱਕਿਆ ਸੀ, ਪੈਦਾ ਹੋ ਚੁੱਕਿਆ ਸੀ, ਤੇ ਆਰੀਆ ਸਮਾਜੀ ਲਹਿਰਾਂ ਦੀ ਨੀਂਹ ਉਸ ਵੇਲੇ ਰੱਖੀ ਜਾ ਚੁੱਕੀ ਸੀ। ਪੱਛਮੀ ਵਿਦਿਆ ਦੇ ਜਿਹੜੇ ਸੈਂਟਰ ਸਕੂਲ ਸਨ, ਕਾਲਜਾਂ ਦੇ ਰੂਪ ਵਿੱਚ ਜਾਰੀ ਉਸ ਵੇਲੇ ਹੋ ਚੁੱਕੇ ਸਨ। ਸਿੰਘ ਸਭਾ ਲਹਿਰ ਦੇ ਇਹਨਾਂ ਪਿਆਰਿਆਂ ਨੇ, ਇਹਨਾਂ ਗੁਰਮੁਖਾਂ ਨੇ, ਇਹਨਾਂ ਸੇਵਕਾਂ ਨੇ ਉਸ ਸਮੇਂ ਦੀਆਂ ਸਾਰੀਆਂ ਵਿਦਿਆ ਪ੍ਰਾਪਤ ਕਰਨ ਦੀਆਂ ਯੋਗਤਾਂ ਜਿਹੜੀਆਂ ਸੀ ਪ੍ਰਾਪਤ ਕੀਤੀਆਂ। ਇਹਨਾਂ ਸਾਰਾ ਕੁਛ ਹਾਸਲ ਕੀਤਾ, ਹਰ ਪੱਖ 'ਚ ਟ੍ਰੇਨ ਹੋਏ। ਵੇਦਾਂ ਵਾਲਾ ਪੱਖ ਵੀ, ਜਿਹੜਾ ਵੈਸਟਰਨ ਕਲਚਰ ਦਾ ਗੱਲ ਸੀ ਉਹ ਵੀ ਸਿੱਖੀ, ਉਹ ਵੀ ਸਿੱਖੀ, ਇੰਗਲਿਸ਼ ਦੀ ਗੱਲ ਵੀ ਸਿੱਖੀ, ਦੂਜੀਆਂ ਬੋਲੀਆਂ ਵੀ ਸਿੱਖੀਆਂ। ਉਹਨਾਂ ਨੇ ਭਵਿੱਖ ਦੇ ਸਿੱਖੀ ਦੇ ਵਾਰਸਾਂ ਦੇ ਲਈ ਸਕੂਲ ਤੇ ਕਾਲਜ ਵੀ ਖੋਲ੍ਹਣੇ ਸ਼ੁਰੂ ਕੀਤੇ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਸੀ। ਖਾਲਸਾ ਕਾਲਜ ਅੰਮ੍ਰਿਤਸਰ ਇੱਕ ਮਹਾਨ ਸੰਸਥਾ ਦੀ ਆਈ। ਫਿਰ ਇਸ ਤੋਂ ਇਲਾਵਾ ਵਿਦਿਅਕ ਕਾਨਫਰੰਸ ਕਰਨੀਆਂ ਬੜੀ ਜ਼ਰੂਰੀ ਸੀ। ਇੱਕ ਵਿਦਿਅਕ ਕਾਨਫਰੰਸ ਹੁੰਦੀ ਸੀ ਸਾਲ ਵਿੱਚ, ਇੱਕ ਵਿਦਿਆ ਕਾਨਫਰੰਸ ਜਿਹੜੀ ਕਰਨੀ। ਉਹ ਵਿਦਿਅਕ ਕਾਨਫਰੰਸਾਂ ਦੇ ਵਿੱਚੋਂ ਵਿਦਿਆ ਪ੍ਰਚਾਰ ਦੀ ਇੱਕ ਵੇਲ ਜਿਹੜੀ ਸੀ ਪੁੱਗਰਦੀ ਸੀ। ਇਹ ਕਹਿ ਲਵਾਂ ਮੈਂ ਕਿ ਦਰਖਤ ਜਿਹੜਾ ਸੀ ਪੈਦਾ ਹੋਇਆ ਤੇ ਜਿਹੜਾ ਵੱਡਾ ਹੁੰਦਾ ਗਿਆ। ਵਿਦਿਅਕ ਕਾਨਫਰੰਸ ਬੜੀ ਕਮਾਲ ਦੀ ਸੀ। ਅੱਜ ਤਾਂ ਵਿਦਿਅਕ ਕਾਨਫਰੰਸ ਦਾ ਲੈਵਲ ਬੜਾ ਥੱਲੇ ਚਲਾ ਗਿਆ, ਜੇ ਕਿਤੇ ਹੁੰਦੇ ਵੀ ਹੋਏਗੀ ਤਾਂ ਆਪੋ ਆਪਣਾ ਗੱਲ ਕਰਕੇ ਤੁਰ। ਪਰ ਜਦ ਮੈਂ
ਆਪ ਜੋ ਕੁਛ ਪੁਰਾਤਨ ਜਿਹੜੀਆਂ 60 70 ਦੀਆਂ ਵਿਦਿਅਕ ਕਾਨਫਰੰਸਾਂ ਦਾ ਕੁਛ ਡਿਟੇਲ ਪੜ੍ਹੀ ਤਾਂ ਮੈਂ ਹੈਰਾਨ ਸੀ ਵੀ ਇੰਨਾ ਕੁਛ ਸਾਡੇ ਸਿੱਖੀ ਦੇ ਇਹਨਾਂ ਮਹਾਨ ਯੋਧਿਆਂ ਨੇ ਜਿਹੜਾ ਵਿਦਿਅਕ ਕਾਨਫਰੰਸਾਂ ਦਾ ਚਲਾਇਆ ਸੀ ਰਵਾਜ ਸਿੰਘ ਸਭਾ ਲਹਿਰ ਨੇ, ਉਹ ਕਿੰਨਾ ਮਹਾਨ ਹੋਏਗਾ, ਉਹ ਯੋਧੇ ਕਿੰਨੇ ਮਹਾਨ ਹੋਣਗੇ, ਉਹ ਵਿਦਵਾਨ ਕਿੰਨੇ ਹੋਣਗੇ ਜਿਨ੍ਹਾਂ ਨੇ ਇੰਨੇ ਕਮਾਲ ਦੀਆਂ ਗੱਲਾਂ ਵਿਦਿਅਕ, ਉਹਨਾਂ ਦਾ ਕਿਤੇ ਭਾਸ਼ਣ ਜਦੋਂ ਅਸੀਂ ਪੜ੍ਹਦੇ ਸਾਂ ਵਿਦਿਅਕ ਜਿਹਨੂੰ ਅਸੀਂ ਕਹਿੰਦੇ ਆਰੰਭਕ ਭਾਸ਼ਣ ਜਿਹਨੂੰ ਕਹਿ ਸਕਦੇ ਹਾਂ, ਇੰਨੇ ਕਮਾਲ ਦੇ ਭਾਸ਼ਣ ਸੀ ਜਿਹੜੇ ਮੈਂ ਉਸਲੇ ਜਿਹੜੀਆਂ 70 60 ਦੇ ਵਿੱਚ ਵਿਦਿਅਕ ਕਾਨਫਰੰਸਾਂ ਜੋ ਮੈਨੂੰ ਮਿਲਣ ਨੂੰ ਇੱਕ ਦੋ ਮਿਲੀਆਂ ਜਿਨ੍ਹਾਂ ਦਾ ਮੈਂ ਡਿਟੇਲ ਪੜ੍ਹ ਸਕਿਆ, ਤੇ ਕਮਾਲ ਦੇ ਉਹਨਾਂ ਦੇ ਲੈਕਚਰ ਜਿਹੜੇ ਸਨ ਉਹਨਾਂ ਦੇ ਵਿੱਚ ਲਿਖੇ ਹੋਏ ਸਨ, ਆਰੰਭਕ ਭਾਸ਼ਣ ਜਿਹਨੂੰ ਅਸੀਂ ਕਹਿੰਦੇ ਹਾਂ। ਤਾਂ ਉਹਨਾਂ ਨੇ ਇਹ ਅਖਬਾਰਾਂ ਕਈ ਸ਼ੁਰੂ ਕੀਤੀਆਂ, ਅੰਗਰੇਜ਼ੀ, ਉਰਦੂ, ਪੰਜਾਬੀ ਦੇ ਵਿੱਚ ਕੱਢੀਆਂ ਅਖਬਾਰਾਂ, ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ, ਪਾਠਕਾਂ ਤੱਕ ਪਹੁੰਚਾਉਣ ਲਈ ਹਰ ਹਫ਼ਤੇ ਇਹ ਅਖਬਾਰਾਂ ਜਿਹੜੀਆਂ ਸੀ ਉਹ ਕੀਤੀਆਂ। ਉਹਨਾਂ ਦੇ ਸੰਗਤ ਦੇ ਨਾਲ ਉਹਨਾਂ ਦਾ ਸੰਪਰਕ ਜਿਹੜਾ ਸੀ ਉਹ ਜਿਹੜਾ ਸੀ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ। ਪ੍ਰਚਾਰ ਲਈ ਵਿਖਿਆਨ ਤੇ ਲੇਖ ਪੁਸਤਕਾਂ ਦਾ ਲਿਖਣ ਢੰਗ ਵੀ ਉਹਨਾਂ ਦਾ ਕਮਾਲ ਦਾ ਸੀ, ਜਿਹੜੀ ਲਿਖਣ ਸ਼ੈਲੀ ਸੀ ਉਹ ਵੀ ਕਮਾਲ ਦੀ ਸੀ। ਉਹਨਾਂ ਨੇ ਬ੍ਰਿਜ ਭਾਸ਼ਾ ਜਾਂ ਦੂਜੇ ਲਫ਼ਜ਼ ਕਹਿ ਲਈਏ ਸਾਧ ਭਾਸ਼ਾ ਆਨ ਕਰਕੇ ਜਿਹੜੇ ਲਫ਼ਜ਼ ਬੋਲਦੇ ਆਨ ਕਰਕੇ ਦੀ ਥਾਂ ਤੇ ਸਿੱਧੀ ਸਪਸ਼ਟ ਗੱਲ ਕੀਤੀ ਕਿ ਆਪਣੀ ਗੱਲ ਮਿੱਠੀ, ਸੁਰੀਲੇ ਤੇ ਵਿਸਮਾਦੀ ਢੰਗ ਨਾਲ ਕਹਿਣ ਦਾ ਢੰਗ ਜਿਹੜਾ ਸੀ ਉਹ ਸਾਨੂੰ ਸਿਖਾਇਆ। ਫਿਰ ਦੁਬਾਰਾ ਦੁਹਰਾ ਰਿਹਾ, ਆਪਣੀ ਗੱਲ ਮਿੱਠੀ, ਸੁਰੀਲੀ ਤੇ ਵਿਸਮਾਦੀ ਢੰਗ ਨਾਲ, ਇਹ ਸਾਨੂੰ ਸਿੱਖਣ ਦੀ ਲੋੜ ਹੈ ਇਹਨਾਂ ਸਿੰਘ ਸਭਾ ਦੇ ਉਹਨਾਂ ਵੀਰਾਂ ਦੇ ਪਾਸੋਂ ਜਿਨ੍ਹਾਂ ਨੇ ਆਪਣੀ ਜਾਨ ਲਾਈ ਹੈ, ਜੀਵਨ ਲਾਇਆ ਹੈ, ਵੀ ਆਪਣੀ ਗੱਲ ਕਰਨ ਕਿ ਮਿੱਠੀ ਹੋਵੇ, ਗੱਲ ਸੁਰੀਲੀ ਹੋਵੇ ਤੇ ਵਿਸਮਾਦੀ ਢੰਗ ਹੋਵੇ, ਉਹ ਚ ਭਾਵ ਉਹ ਚ ਅੰਦਰ ਗੁਰੂ ਦੀ ਗੱਲ ਹੋਵੇ। ਵਿਸਮਾਦ ਦਾ ਮਤਲਬ ਗੁਰੂ ਦੀ ਗੱਲ ਹੋਵੇ, ਗੁਰੂ ਦਾ ਗਿਆਨ ਉਹਦੇ ਅੰਦਰ ਹੋਵੇ। ਇਹ ਜ਼ਰੂਰੀ ਚੀਜ਼ ਹੈ ਜਿਹੜੀ ਸਾਨੂੰ ਅੱਜ ਸਿੱਖਣ ਦੀ ਲੋੜ ਹੈ। ਇਹ ਇਸੇ ਕਰਕੇ ਹੀ ਉਸ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਆਪਣੀ ਗੱਲ ਇਸ ਤਰ੍ਹਾਂ ਕੀਤੀ ਤਾਂ ਪੰਜਾਬੀ ਸਾਹਿਤ ਨਾਲ ਵੀ ਲੋਕਾਂ ਦਾ ਪਿਆਰ ਜਿਹੜਾ ਸੀ ਉਹ ਪੈਦਾ ਹੋਣਾ ਸ਼ੁਰੂ ਹੋ ਗਿਆ, ਜਿਹੜਾ ਪਹਿਲਾਂ ਇੱਕ ਹੈ ਨਹੀਂ ਸੀ। ਸਮਾਜਿਕ ਚੇਤਨਾ ਉਹਨਾਂ ਨੇ ਵਧਾਈ। ਸਿੰਘ ਸਭਾ ਲਹਿਰ ਨੇ, ਇਸ ਸੁਧਾਰਵਾਦੀ ਲਹਿਰ ਨੇ ਹੀ ਗੁਰਦੁਆਰਾ ਸੁਧਾਰ ਲਹਿਰ ਦੇ ਨੂੰ ਜਨਮ ਦਿੱਤਾ, ਜਿਹਦਾ ਇਤਿਹਾਸ ਅਸੀਂ ਪੜ੍ਹ ਚੁੱਕੇ ਹਾਂ, ਪਿੱਛੇ ਕਰ ਚੁੱਕੇ ਹਾਂ। ਇਹ ਇਤਿਹਾਸ ਗੁਰਦੁਆਰਾ ਸੁਧਾਰ ਲਹਿਰ ਸਿੱਖ ਸਭਾ ਲਹਿਰ ਦੇ ਪ੍ਰਚਾਰ ਦੇ ਵਿੱਚੋਂ ਪੈਦਾ ਹੋਈ ਸੀ, ਜਿਸ ਨੇ ਗੁਰਦੁਆਰਾ ਰਕਾਬਗੰਜ ਦੇ ਮਸਲੇ ਤੋਂ ਲੈ ਕੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰੂ ਕਾ ਬਾਗ ਤੇ ਗੰਗਸਰ ਜੇਤੋ ਸਿੱਖਾਂ ਦੇ ਕੁਰਬਾਨੀਆਂ ਕਰਕੇ ਸਿੱਖ ਇਤਿਹਾਸ ਨੂੰ ਦੁਬਾਰਾ ਦੁਹਰਾਇਆ ਸੀ। ਸਿੱਖੀ ਲਈ ਜਿਉਂਦੇ ਜਾਗਦੇ ਧਰਮ ਹੋਣ ਦਾ ਦੁਨੀਆ 'ਚ ਅਹਿਸਾਸ ਕਰਾਇਆ ਸੀ ਇਹਨਾਂ ਲਹਿਰਾਂ ਨੇ, ਜਿਹੜਾ ਗੁਰਦੁਆਰਾ ਸੁਧਾਰ ਦੀਆਂ ਲਹਿਰਾਂ ਸਨ। ਗੁਰਦੁਆਰਾ ਸੁਧਾਰ ਲਹਿਰ ਜੋ ਯਤਨ ਜਿਹੜੇ ਸਿੰਘ ਸਭਾ ਲਹਿਰ ਨੇ ਆਰੰਭ ਕੀਤੇ ਸਨ, ਉਹ ਮਸਲੇ ਅੱਜ ਮੁੜ ਕੇ ਕਿਸੇ ਨਾ ਕਿਸੇ ਰੂਪ ਵਿੱਚ ਉੱਭਰ ਕੇ ਸਾਡੇ ਸਾਹਮਣੇ ਫਿਰ ਖੜੇ ਹਨ। ਕਿਧਰੇ ਜੈਮਾਲਾ ਪਾਈ ਜਾ ਰਹੀ ਹੈ, ਕਿਤੇ ਰਿੰਗਸਾਰਾ ਮਨੀ ਨੂੰ ਵਿਆਹ ਮੰਨਿਆ ਜਾ ਰਿਹਾ ਹੈ, ਅੱਜ ਕਿਤੇ ਆਰਤੀਆਂ ਉਤਾਰੀਆਂ ਜਾ ਰਹੀਆਂ ਹਨ, ਕਿਤੇ ਦੀਵੇ ਬਾਲ ਕੇ ਤਖਤਾਂ ਦੇ ਉੱਤੇ ਆਰਤੀਆਂ ਕੀਤੀਆਂ ਜਾ ਰਹੀਆਂ ਹਨ, ਕਿਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥਾਂ ਨੂੰ ਲਿਆ ਕੇ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਕਿਹੜਾ ਕੰਮ ਹੈ ਅਡੰਬਰੀ ਰਸਮ ਜਿਹੜੀਆਂ ਅੱਜ ਫਿਰ ਉਸੇ ਤਰ੍ਹਾਂ ਪੈਰ ਪਸਾਰ ਰਹੀਆਂ ਹਨ, ਜਿਨ੍ਹਾਂ ਵਿੱਚੋਂ ਸਾਨੂੰ ਸਿੰਘ ਸਭਾ ਗੁਰੂ ਸਾਹਿਬਾਨ ਨੇ ਉਸ ਤੋਂ ਬਾਅਦ ਸਿੰਘ ਸਭਾ ਲਹਿਰ ਦੇ ਇਹਨਾਂ ਆਗੂਆਂ ਨੇ ਕੱਢਣ ਦਾ ਇੱਕ ਯਤਨ ਕੀਤਾ ਸੀ। ਤਾਂ ਸਿੰਘ ਸਭਾ ਲਹਿਰ ਦੀ ਜਿਹੜੀ ਯਾਦ ਨੂੰ ਜੇ ਅਸੀਂ ਸੱਚਮੁੱਚ ਕਰਦੇ ਹਾਂ ਤਾਂ ਫਿਰ ਸਾਨੂੰ ਉਸ ਬ੍ਰਾਹਮਣੀ ਧਰਮ ਹੜੱਪ ਕਰਨ ਵਾਲੀ ਨੀਤੀ ਤੋਂ ਬਚਣ ਲਈ, ਨਾਸਤਕ ਤੇ ਫੈਸ਼ਨ ਦੇ ਪੱਤਨ ਦੇ ਜਾਂ ਅਧੋਗਤੀ ਦੇ ਰਾਹ ਤੋਂ ਬਚਣ ਲਈ ਗੁਰਮਤ ਮਾਰਗ ਵੱਲ ਪਰਤਣਾ ਪਵੇਗਾ, ਗੁਰੂ ਨਾਲ ਜੁੜਨਾ ਪਵੇਗਾ। ਅੱਜ ਕਿੰਨੇ ਕੁ ਯਤਨਾਂ ਦੀ ਲੋੜ ਹੈ, ਜੋ ਕੁਝ ਕਰਨਾ ਚਾਹੀਦਾ ਹੈ ਉਹ ਨਹੀਂ ਹੋ ਰਿਹਾ। ਨਵੀਆਂ ਸਮੱਸਿਆਵਾਂ ਸਾਡੇ ਸਾਹਮਣੇ ਨਿਤ ਰੋਜ਼ ਆਉਂਦੀਆਂ ਹਨ, ਜਿਨ੍ਹਾਂ ਦੇ ਲਈ ਸਾਨੂੰ ਜੂਝਣਾ ਪਏਗਾ, ਸਾਨੂੰ ਸਾਰੇ ਢੰਗਾਂ ਦੇ ਸਾਧਨਾਂ ਨੂੰ ਵਰਤਣਾ ਪਏਗਾ। ਸਿੰਘ ਸਭਾ ਲਹਿਰ ਦੇ ਸੇਵਕਾਂ ਨੇ ਉਸ ਜਿਹੜੇ ਢੰਗ ਵਰਤੇ ਸੀ, ਜਿਹੜੇ ਉਹਨਾਂ ਕੋਲ ਉਸ ਵੇਲੇ ਮੌਜੂਦਾ ਢੰਗ ਸਨ, ਉਹਨਾਂ ਦੇ ਨਾਲ ਉਹਨਾਂ ਨੂੰ ਵਰਤਣਾ ਪਏਗਾ। ਬਲਕਿ ਉਸ ਤੋਂ ਵੀ ਹੋਰ ਅੱਜ ਨਵੀਆਂ ਸਮੱਸਿਆਵਾਂ ਜਿਹੜੀਆਂ ਸਾਡੇ ਸਾਹਮਣੇ ਪ੍ਰਗਟ ਹੋ ਰਹੀਆਂ ਹਨ, ਆ ਰਹੀਆਂ ਹਨ, ਉਹਨਾਂ ਨੂੰ ਅੱਜ ਇੱਕ ਸੰਗਠਨ ਵਿੱਚ ਆਰਗੇਨਾਈਜ਼ ਹੋ ਕੇ ਇੱਕ ਸ਼ਕਤੀ ਦੇ ਨਾਲ
ਇੱਕ ਪੰਥਕ ਸੇਵਾ ਦੇ ਨਾਲ, ਜਜ਼ਬੇ ਨਾਲ ਤੇ ਬੁੱਧੀ ਦੇ ਬਲ ਤੇ, ਬੁੱਧੀ ਦੇ ਬਲ ਤੇ ਭਾਵ ਗਿਆਨ ਦੇ ਬਲ ਤੇ ਅੱਜ ਵਧਾਉਣ ਲਈ ਸਾਨੂੰ ਆਪਣੇ ਅੰਦਰ ਤਾਕਤ ਪੈਦਾ ਕਰਨ ਦੀ ਲੋੜ ਹੈ। ਅੱਜ ਉਸ ਗਿਆਨ ਦੇ ਬਲ ਨੂੰ ਵਰਤਣ ਦੀ ਅੱਜ ਫਿਰ ਲੋੜ ਹੈ, ਪੁਕਾਰ ਹੈ। ਹੋ ਰਹੀ ਲੋਕਾਂ ਪਾਸ ਵਿੱਚ ਅੱਜ ਪੁਕਾਰ ਆ ਰਹੀ ਹੈ ਉੱਠ ਕੇ ਵੀ ਉਹ ਗਿਆਨ ਦਾ ਹਥਿਆਰ ਖੁੱਲਾ ਹੋ ਗਿਆ। ਅੱਜ ਸਾਡੇ ਅੰਦਰ ਉਹ ਕੁਝ ਆ ਗਿਆ। ਅੱਜ ਸਾਡੇ ਸਿੰਘ ਸਭਾ ਲਹਿਰ, ਸਿੰਘ ਸਭਾ ਨਾਮ ਤੇ ਬਣੇ ਹੋਏ ਗੁਰਦੁਆਰੇ ਅੱਜ ਸਿੰਘ ਸਭਾ ਵਾਲੇ ਕੰਮ ਨਹੀਂ ਕਰ ਰਹੇ। ਅਡੰਬਰ, ਰਸਮਾਂ, ਰਿਵਾਜ ਜਿਹੜੇ ਸਿੰਘ ਸਭਾ ਲਹਿਰ ਨੇ, ਜਿਨ੍ਹਾਂ ਨੂੰ ਕੱਢ ਕੇ ਉਹਦਾ ਨਾਂ ਸਿੰਘ ਸਭਾ ਦਿੱਤਾ ਸੀ, ਕੀ ਸੱਚਮੁੱਚ ਅੱਜ ਉਹ ਸਿੰਘ ਸਭਾ ਗੁਰਦੁਆਰੇ ਰਹਿ ਗਏ ਹਨ? ਅੰਦਰ ਝਾਤ ਮਾਰ ਕੇ ਦੇਖ ਲਈਏ। ਜ਼ਿਆਦਾ ਸਮਾਂ, ਜ਼ਿਆਦਾ ਗੱਲਾਂ ਕਰਨ ਦੀ ਜ਼ਰੂਰਤ ਵੀ ਨਹੀਂ ਹੈ। ਕਿਵੇਂ ਅਸੀਂ ਗੱਲ ਕਰ ਸਕਦੇ ਹਾਂ ਵੀ ਅਸੀਂ ਉਹਨਾਂ ਯੋਧਿਆਂ ਦੇ ਉਹਨਾਂ ਦੇ ਕੀਤੇ ਹੋਏ ਕਾਰਨ ਨੂੰ ਤੇ ਪਹਿਰਾ ਦੇ ਰਹੇ ਹਾਂ? ਕਿਵੇਂ ਗੱਲ ਕਰ ਸਕਦੇ ਹਾਂ? ਬਿਲਕੁਲ ਨਹੀਂ ਕਰ ਸਕਦੇ। ਇੱਥੋਂ ਤੱਕ ਅਸੀਂ ਅੱਗੇ ਨਾਲੋਂ ਵੀ ਥੱਲੇ ਨੂੰ ਡਿੱਗਦੇ ਜਾਂਦੇ ਹਾਂ। ਜਿਹੜੇ ਸਾਧਨ ਉਹਨਾਂ ਦੇ ਕੋਲ ਸੀ, ਮੈਂ ਬੇਨਤੀ ਕਰਾਂ, ਉਹਨਾਂ ਨੇ ਜ਼ਮਾਨੇ ਦੀ ਵੰਗਾਰ ਨੂੰ ਕਬੂਲਿਆ, ਵੇਲੇ ਦੀ ਵੰਗਾਰ ਨੂੰ ਕਬੂਲਿਆ। ਉਹਨਾਂ ਸਾਧਨਾਂ ਦੇ ਨਾਲ, ਸੀਮਿਤ ਸਾਧਨਾਂ ਦੇ ਨਾਲ ਅਸੀਮਿਤ ਕੰਮ ਕਰਕੇ ਦਿਖਾਇਆ। ਅੱਜ ਸਾਡੇ ਕੋਲ ਸਾਧਨ ਬਹੁਤ ਨੇ, ਸਾਧਨ ਅੱਜ ਘੱਟ ਨਹੀਂ ਹਨ। ਅੱਜ ਇੱਥੇ ਬੈਠਾ ਮੈਂ ਅੱਜ ਇਸ ਕਲਾਸ ਵਿੱਚ ਇੰਡੀਆ ਜਿੱਥੇ ਮਰਜ਼ੀ ਕੋਈ ਗੱਲ ਕਰ ਸਕਦਾ ਹਾਂ। ਉਦੋਂ ਇਹ ਗੱਲਾਂ ਨਹੀਂ ਸਨ, ਉਦੋਂ ਸਮਾਂ ਨਹੀਂ ਸੀ, ਇਹ ਸਾਧਨ ਨਹੀਂ ਸਨ। ਅੱਜ ਪ੍ਰਚਾਰ ਕਰਨਾ ਬਹੁਤ ਸੌਖਾ ਹੈ। ਉਹਦੇ ਨਾਲੋਂ ਨਹੀਂ ਰਿਹਾ ਤਾਂ ਅੰਦਰ ਉਹ ਜਜ਼ਬਾ ਨਹੀਂ ਰਿਹਾ, ਉਹ ਪਿਆਰ ਨਹੀਂ ਰਿਹਾ, ਉਹ ਗਿਆਨ ਨਹੀਂ ਰਿਹਾ, ਉਹ ਹਥਿਆਰ ਨਹੀਂ ਰਿਹਾ। ਕਮੀ ਕਿੱਥੇ ਆਈ? ਉਹ ਇੱਥੇ ਆਈ ਹੈ। ਕਮੀ ਸਾਧਨਾਂ ਦੀ ਨਹੀਂ ਆਈ, ਕਮੀ ਸਾਡੇ ਆਪਣੇ ਦ੍ਰਿੜਤਾ ਦੇ ਅੰਦਰ ਆਈ ਹੈ। ਸਾਡੇ ਸਿੱਖੀ ਸਿਧਾਂਤਾਂ ਦੇ ਜੂਝਣ ਦਾ ਜੋ ਜਜ਼ਬਾ ਸੀ ਖਤਮ ਹੁੰਦਾ ਹੈ, ਕਮੀ ਉਹਦੇ ਵਿੱਚ ਆਈ ਹੈ। ਸਾਨੂੰ ਪੰਥ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ, ਪੰਥ ਤਾਂ ਛੱਡੋ, ਪਰਿਵਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਸਾਨੂੰ ਅਹਿਸਾਸ ਨਹੀਂ ਰਿਹਾ। ਅੱਜ ਜਿਹੜੀਆਂ ਕਮੀਆਂ ਆਈਆਂ ਨੇ ਉਹ ਇਸ ਕਰਕੇ ਆਈਆਂ ਹਨ ਕਿ ਅਸੀਂ ਆਪਣੇ ਪਰਿਵਾਰ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਜੇ ਸੱਚਮੁੱਚ ਅਸੀਂ ਪਰਿਵਾਰ ਪ੍ਰਤੀ ਹੀ ਆਪਣੀ ਜ਼ਿੰਮੇਵਾਰੀ ਨਿਭਾ ਲੈਂਦੇ ਤੇ ਸ਼ਾਇਦ ਇਹ ਦਿਨ ਸਾਨੂੰ ਦੇਖਣੇ ਨਾ ਪੈਂਦੇ, ਜਿਨ੍ਹਾਂ ਦੀ ਗੱਲਾਂ ਅਸੀਂ ਰੋਜ਼ ਕਰਦੇ ਹਾਂ ਕਿ ਨੌਜਵਾਨ ਕਿਉਂ ਨਹੀਂ ਆਉਂਦਾ, ਕਿਉਂ ਨਹੀਂ ਜੁੜਦਾ, ਕੀ ਹੋਇਆ? ਕਿ ਉਹਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਪਰਿਵਾਰਾਂ ਪ੍ਰਤੀ ਆਪਣੇ ਫਰਜ਼ ਪੂਰੇ ਨਹੀਂ ਕੀਤੇ। ਇਹ ਕਾਰਨ ਹੈ। ਤਾਂ ਸਾਡੀ ਪੰਥ ਪ੍ਰਤੀ ਇੱਕ ਜ਼ਿੰਮੇਵਾਰੀ ਹੈ, ਅਸੀਂ ਪੂਰੀ ਕਰ ਸਕਦੇ ਹਾਂ। ਆਪਣੇ ਫਰਜ਼ ਪ੍ਰਤੀ ਜੇ ਸਾਡੀ ਰੁਚੀ ਹੋਵੇ, ਸਾਨੂੰ ਪਤਾ ਹੋਵੇ ਸਾਡੀ ਡਿਊਟੀ ਹੈ, ਅਸੀਂ ਪੰਥ ਦਾ ਇੱਕ ਹਿੱਸਾ ਹਾਂ, ਅਸੀਂ ਦਰਖਤ ਦੀ ਸ਼ਾਖਾ ਹਾਂ। ਉਹ ਦਰਖਤ ਪੰਥ ਹੈ, ਉਹ ਗ੍ਰੰਥ ਹੈ। ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਲਈ ਅਸੀਂ ਜਿੰਦ ਵਾਰ ਸਕਦੇ ਹਾਂ। ਇਹ ਸਾਡੇ ਅੰਦਰ ਰੁਚੀ ਹੋਵੇ। ਅੱਜ ਪੰਥ ਦੇ ਨਾਂ ਤੇ ਸ਼ੋਭਾ ਜਾਂ ਵਡਿਆਈ ਲੈਣ ਦਾ ਜਾਂ ਲਾਭ ਉਠਾਉਣ ਦਾ ਹੀ ਸਾਰਾ ਧਰਮ ਸਮਝਿਆ ਜਾ ਰਿਹਾ ਹੈ। ਨਾ ਪੰਥ ਦਾ ਵਰਤਿਆ ਜਾਂਦਾ ਤੇ ਜਿਹੜੇ ਲਾਭ ਹਨ ਉਹ ਜਾਤੀ ਲੈ ਜਾਂਦੇ ਹਨ। ਕੌਮੀ ਫਰਜ਼ ਜਿਹੜੇ ਸਨ ਉਹ ਸਾਡੇ ਅੰਦਰੋਂ ਅੱਜ ਖਤਮ ਹੋ ਚੁੱਕੇ ਹਨ। ਅੱਜ ਪੰਥ ਦਾ ਨਾਮ ਵਰਤ ਕੇ ਹੀ ਰਾਜ ਗੱਦੀਆਂ ਕਮਾਈਆਂ, ਰਾਜ ਕਮਾਏ, ਰਾਜ ਤਖਤਾਂ ਤੇ ਬੈਠੇ, ਸਿੰਘਾਸਨਾਂ ਤੇ ਬੈਠੇ, ਪਰ ਉਸੇ ਪੰਥ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰਨ ਦਾ ਕੰਮ ਜਿਹੜਾ ਸੀ ਉਹ ਕੀਤਾ ਗਿਆ। ਅੱਜ ਸਾਡੇ ਆਗੂ ਉੱਥੇ ਨਾ ਪਹੁੰਚ ਸਕੇ। ਇਹ ਗੱਲ ਸੋਚਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ, ਕੁਝ ਕਰਨ ਦੀ ਲੋੜ ਹੈ। ਨਾ ਕਿ ਗੱਲਾਂ ਬਾਤਾਂ ਦੇ ਨਾਲ, ਥੁੱਕਾਂ ਨਾਲ ਕਦੀ ਵੜੇ ਨਹੀਂ ਪੱਕਦੇ। ਸਾਨੂੰ ਉਹਦੇ ਲਈ ਹਮੇਸ਼ਾ ਆਪਣੇ ਆਪ ਨੂੰ ਕੁਰਬਾਨੀ ਦੇਣ ਲਈ, ਕੁਰਬਾਨੀ ਕੇਵਲ ਮਰਨ ਦੀ ਨਹੀਂ ਹੁੰਦੀ, ਤਲਵਾਰ ਦੀ ਜਾਂ ਬੰਦੂਕ ਦੀ ਗੋਲੀ ਦੀ ਕੁਰਬਾਨੀ ਨਹੀਂ ਹੁੰਦੀ। ਕੁਰਬਾਨੀ ਆਪਣਾ ਅਰਪਣ ਕਰਨਾ ਵੀ ਕੌਮ ਦੇ ਲਈ ਕੁਰਬਾਨੀ ਹੁੰਦੀ ਹੈ। ਜਦੋਂ ਤਨ, ਮਨ, ਧਨ ਦੀ ਕੁਰਬਾਨੀ ਅਸੀਂ ਆਖਦੇ ਹਾਂ, ਤਿੰਨ ਚੀਜ਼ਾਂ ਦੀ ਕੁਰਬਾਨੀ ਹੈ ਜਿਹੜੀ ਕੌਮ ਲਈ ਸਾਨੂੰ ਕਰਨ ਦੀ ਲੋੜ ਹੈ। ਗੱਲ ਮੁੱਕਦੀ ਗੱਲ ਅਸੀਂ ਇਹ ਗੱਲ ਕਰੀਏ ਕਿ ਜਿਹੜੀ ਗੱਲ ਸਿੰਘ ਸਭਾ ਲਹਿਰ ਦੀ, ਜੇ ਅਸੀਂ ਇਤਿਹਾਸ ਨੂੰ ਯਾਦ ਕਰਨਾ ਹੈ ਤਾਂ ਫਿਰ ਸ਼ੁਰੂ ਹੀ ਗੱਲ ਇੱਥੋਂ ਹੁੰਦੀ ਹੈ ਕਿ ਨਵੀਂ ਮੰਜ਼ਿਲ ਲਈ ਇੱਕ ਸੰਗਠਨ, ਇੱਕ ਸ਼ਕਤੀ, ਇੱਕ ਸੇਵਾ, ਇੱਕ ਇਮਾਨ ਤੇ ਗਿਆਨ ਤੇ ਹੋਰ ਸਾਧਨ ਸਾਡੇ ਕੋਲ ਹੋਣੇ ਚਾਹੀਦੇ ਹਨ। ਕਿੰਨਾ ਕੁ ਯੋਗਦਾਨ ਹੈ ਸਾਡਾ ਅੱਜ ਇਹਦੇ ਵਿੱਚ? ਕਿੰਨਾ ਕੁ ਅਸੀਂ ਸੇਵਾ ਦੇ ਪੱਖ ਵਿੱਚ ਹਾਂ? ਕਿੰਨਾ ਕੁ ਸਾਡਾ ਇਮਾਨ ਸਾਡੇ ਅੰਦਰ ਹੈ? ਕਿੰਨੀ ਕੁ ਸਾਡੀ ਬੁੱਧੀ ਦਾ ਬਲ ਸਾਡੇ ਅੰਦਰ ਹੈ? ਕਿੰਨਾ ਕੁ ਗਿਆਨ ਸਾਡੇ ਕੋਲ ਹੈ? ਅੱਜ ਅਸੀਂ ਵਿਚਾਰ ਕਰਕੇ ਤਾਂ ਦੇਖੀਏ, ਅਸੀਂ ਇਧਰਲੇ ਪਾਸੇ ਧਿਆਨ ਕਰਕੇ ਤਾਂ ਦੇਖੀਏ ਕਿ ਕਿੰਨਾ ਕੁ ਸਾਡੇ ਅੰਦਰ ਇਹ ਚੀਜ਼ਾਂ ਹਨ। ਇਹ ਚੀਜ਼ਾਂ ਸਾਡੇ ਅੰਦਰ ਹੈ ਨਹੀਂ ਹਨ। ਸਾਡੇ ਅੰਦਰ ਕਮੀ, ਕਮਜ਼ੋਰੀ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਕੀ ਅਸੀਂ ਉਸ ਕੁੰਭਕਰਨੀ ਨੀਂਦ ਵਿੱਚ ਸੁੱਤੇ ਰਹਾਂਗੇ?
कि सचमुच साडी कोई ड्यूटी नहीं कि ਅਸੀਂ ਆਪਣੇ ਆਪ ਨੂੰ ਸੁਰਖਰੂ ਸਮਝਦੇ ਹਾਂ ਵੀ ਇੱਕ ਸਿੱਖ ਹੋ ਗਏ ਬਸ ਇੰਨਾ ਠੀਕ ਹੈ ਗੁਰਦੁਆਰੇ ਕਿਤੇ ਚਲੇ ਗਏ ਹਫਤੇ ਚਲੇ ਗਏ ਨਾ ਗਏ ਕਿ ਇੰਨੀ ਕੁ ਸਾਡੀ ਡਿਊਟੀ ਹੈ ਜਿੰਨਾ ਕੁ ਯੋਗਦਾਨ ਪੰਥ ਸੇਵਾ ਦੀ ਇਸ ਮਹਾਨ ਖੇਤਰ ਵਿੱਚ ਪਾ ਸਕਦੇ ਹਾਂ ਉਹ ਪਾਉਣ ਦੀ ਕੋਸ਼ਿਸ਼ ਕਰੀਏ ਆਪਣੇ ਫਰਜ਼ਾਂ ਦੀ ਪਹਿਚਾਣ ਕਰੀਏ ਤਾਂ ਸਿੰਘ ਸਭਾ ਲਹਿਰ ਦੇ ਇਤਿਹਾਸ ਨੂੰ ਅਸੀਂ ਪੜ੍ਹਿਆ ਹੋਇਆ ਸਫਲ ਮੰਨ ਸਕਦੇ ਹਾਂ ਤੇ ਅਗਲੀ ਬੇਨਤੀ ਕਰ ਰਿਹਾ ਹਾਂ ਕਿ ਸਿੰਘ ਸਭਾ ਲਹਿਰ ਨੇ ਜੋ ਦੇਣ ਦਿੱਤੀ ਸਿੰਘ ਸਭਾ ਗੁਰਦੁਆਰੇ ਬਣ ਗਏ ਸਿੰਘ ਸਭਾ ਲਹਿਰ ਦੇ ਗੁਰਦੁਆਰਿਆਂ ਦੇ ਵਿੱਚ ਅੱਜ ਉਹ ਟੰਟਾ ਫਸਾਦ ਉਹ ਝਗੜਾ ਨਹੀਂ ਹੋ ਰਿਹਾ ਇਹਨਾਂ ਨੂੰ ਸੋਚਣ ਦੀ ਲੋੜ ਹੈ ਇਹਨਾਂ ਨੂੰ ਅੱਜ ਫਿਰ ਉੱਥੇ ਹੀ ਗੱਲ ਆ ਕੇ ਮੁੱਕਦੀ ਹੈ ਕਿ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ ਸਾਨੂੰ ਆਪਣੇ ਇਸ ਸਿਧਾਂਤਾਂ ਦੇ ਪਹਿਰਾ ਦੇਣ ਦੀ ਲੋੜ ਹੈ ਸਾਨੂੰ ਪੰਥ ਪ੍ਰਤੀ ਇੱਕ ਸਿੱਖ ਦੀ ਜੋ ਜ਼ਿੰਮੇਵਾਰੀ ਹੈ ਇੱਕ ਸਿੱਖ ਦੀ ਜੋ ਜ਼ਿੰਮੇਵਾਰੀ ਹੈ ਆਪਣੇ ਪੰਥ ਪ੍ਰਤੀ ਸਿੱਖ ਦੇ ਜੀਵਨ ਦੇ ਦੋ ਹਿੱਸੇ ਹਨ ਇੱਕ ਸ਼ਖਸੀ ਜੀਵਨ ਹੈ ਇੱਕ ਪੰਥਕ ਜੀਵਨ ਹੈ ਸ਼ਖਸੀ ਜੀਵਨ ਵਿੱਚ ਅਸੀਂ ਪੈਸਾ ਕਮਾ ਸਕਦੇ ਹਾਂ ਅਮੀਰ ਬਣ ਸਕਦੇ ਹਾਂ ਪੜ੍ਹਾਈਆਂ ਕਰ ਸਕਦੇ ਹਾਂ ਪਰ ਸ਼ਖਸੀ ਜੀਵਨ ਅਧੂਰਾ ਹੈ ਜੇ ਸਾਡੀ ਪੰਥਕ ਜੀਵਨ ਵਿੱਚ ਅਸੀਂ ਆਪਣਾ ਹਿੱਸਾ ਨਹੀਂ ਪਾਉਂਦੇ ਇਹ ਫਿਰ ਅਸੀਂ 50% ਕੰਮ ਕੀਤਾ ਹੈ 50% ਕੰਮ ਅਸੀਂ ਨਹੀਂ ਕੀਤਾ ਇਹਦਾ ਮਤਲਬ ਅੱਧਾ ਜੀਵਨ ਅਸੀਂ ਕਮਾਇਆ ਹੈ ਅੱਧਾ ਜੀਵਨ ਨਹੀਂ ਕਮਾਇਆ ਪੰਥ ਪ੍ਰਤੀ ਸਾਡੇ ਕੁਝ ਫਰਜ਼ ਹਨ ਸਾਡੇ ਦਲੀਲ ਹਨ ਜਿਹੜੀਆਂ ਸਿੰਘ ਸਭਾ ਲਹਿਰ ਨੇ ਇਹ ਇੰਨੇ ਕੁਝ ਮਿਹਨਤ ਕਰਕੇ ਆਪਣੇ ਆਪ ਨੂੰ ਤਨਖਾਹੀਏ ਕਰਵਾਰ ਦੇ ਕੇ ਪੰਥ ਚੋਂ ਚੁਕਵਾ ਕੇ ਵੀ ਆਪਣੇ ਇਸ ਧਰਮ ਪ੍ਰਚਾਰ ਦੇ ਬੀੜੇ ਨੂੰ ਸਿਰ ਤੇ ਚੁੱਕਿਆ ਔਰ ਆਪਣੇ ਘਰ ਵੀ ਗਵਾਏ ਆਪਣੀਆਂ ਨੌਕਰੀਆਂ ਵੀ ਛੱਡੀਆਂ ਪਰਿਵਾਰ ਵੀ ਤਿਆਗੇ ਉਹਨਾਂ ਮਹਾਨ ਯੋਧਿਆਂ ਦੇ ਇਸ ਇਤਿਹਾਸ ਤੋਂ ਸਾਨੂੰ ਕੋਈ ਸਿੱਖਿਆ ਲੈਣ ਦੀ ਲੋੜ ਹੈ ਆਓ ਯਤਨ ਕਰੀਏ ਅਸੀਂ ਪੰਥ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਉਜਾਗਰ ਨਾ ਕਰੀਏ ਪੰਥ ਪੈਦਾ ਕਰੀਏ ਪੰਥ ਕੀ ਰਹੇਗੀ तो ग्रंथ की रहेगी जे पंथ की नहीं रही तो ग्रंथ के राखी लिए भी पंथ कमजोर होंदा है तो ओदियां भी प्रॉब्लम जो साडे खड़ियां होईयां ने तुसीं देखदे हो कि क्यों खड़ियां होईयां कि साडा पंथ कमजोर होया तो पंथ नूं मजबूत करन दे लई सानूं पहचान करनी पेगी पंथ है की चीज़ पंथ किहनूं कहिंदे ने कि पंथ इन्हां पंजां बंदियां नूं पंथ दा नाम दे दिंदे आ ते इहो पंज पंथे बन सकदे हन कि पंथ दे बंदे फिक्स हो सकदे हन ਇਹ ਗੱਲਾਂ ਸਾਨੂੰ ਸੋਚਣ ਵਿਚਾਰ ਕਰਨ ਦੀ ਲੋੜ ਹੈ ਉਸ ਸਿੰਘ ਸਭਾ ਲਹਿਰ ਦੇ ਤੇ ਗੁਰੂ ਇਤਿਹਾਸ ਤੇ ਗੁਰੂ ਵੱਲੋਂ ਪਾਏ ਹੋਏ ਪੂਰਨਿਆਂ ਤੇ ਗੁਰਬਾਣੀ ਦੀ ਸੇਧ ਲੈਂਦੇ ਹੋਏ ਅਸੀਂ ਇਹ ਯਤਨ ਕਰੀਏ ਤਦ ਕਿ ਸਾਡਾ ਲੋਕ ਸੁਖੀ ਪਰਲੋਕ ਸਹਿਲਾ ਹੋ ਜਾਏ ਇਹਨੇ ਇੱਕ ਵਚਨ ਪ੍ਰਵਾਨ ਕਰਨੇ ਜੀ ਇਸ ਸਿੰਘ ਸਭਾ ਲਹਿਰ ਦੀਆਂ ਵਿਚਾਰਾਂ ਕਰਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਆਪਾਂ ਸੁਖੀਆਂ ਮੰਗ ਰਿਹਾ ਹਾਂ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਜਿਹਨੂੰ ਕਾਗਜ਼ਾਂ ਵਿੱਚ ਦਾ ਜ਼ਬਾਨ ਤੇ ਬਹੁਤ ਕੁਝ ਰਹਿ ਜਾਂਦਾ ਹੈ ਤੇ ਹੋ ਸਕਦਾ ਹੈ ਕਿ ਬਹੁਤ ਸਾਰਾ ਇਤਿਹਾਸ ਸਿੰਘ ਸਭਾ ਲਹਿਰ ਦਾ ਹਲੇ ਮੈਂ ਦੱਸਣ ਤੋਂ ਨਾ ਵੀ ਦੱਸ ਸਕਿਆ ਹੋਵਾਂ ਜਿੰਨੇ ਕਿ ਸਾਧਨ ਮੇਰੇ ਪਾਸ ਹਨ ਤੇ ਜਿੰਨਾ ਕਿ ਗਿਆਨ ਗੁਰੂ ਨੇ ਮੈਨੂੰ ਬਖਸ਼ਿਸ਼ ਕੀਤਾ ਉਹਦੇ ਮੁਤਾਬਕ ਮੈਂ ਆਪ ਜੀ ਦੇ ਨਾਲ ਸਾਂਝ ਕੀਤੀ ਹੈ ਜੀ ਭੁੱਲ ਚੁੱਕ ਦੀ ਫੇਰ ਖਿਮਾ ਮੰਗ ਰਿਹਾ ਹਾਂ ਸਾਰਿਆਂ ਕੋਲੋਂ ਪਿਆਰ ਸਹਿਤ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ